ਇੱਕ ਵਾਰ ਫਿਰ ਤੋਂ ਹਾਜ਼ਰੀ ਜੀ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਵੇਲੇ ਆਪ ਜੀ ਦੇ ਨਾਲ ਹਾਜ਼ਰੀ ਲਵਾਈ ਦੀ ਹੈ। ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਖਬਰਾਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਹੋਣ ਉਹਨਾਂ ਦੇ ਉੱਪਰ ਵੀ ਗੱਲਬਾਤ ਹੋ ਜੇ ਤੇ ਕਿਹੜੀ ਖਬਰ ਕਿੱਥੋਂ ਕੀ ਇਸ਼ਾਰੇ ਕਰਦੀ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝ ਪਾ ਲਈਏ। ਗੱਲਾਂ ਬਾਤਾਂ ਕਰਨ ਲਈ ਆਪਣੇ ਨਾਲ ਵੀਰ ਪਰਮੀਰ ਬਾਠ ਹੋਰੀ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ। ਆਪਣਾ ਸੁਣਾਓ। ਹੋਰ ਬਾਠ ਸਾਹਿਬ ਸਿਹਤਾਂ ਪੂਰੀਆਂ ਕਾਇਮ ਆ ਜੀ, ਬੱਲੇ ਬੱਲੇ ਜਿੱਦਾਂ ਪੂਰੀ। ਅੱਛਾ, ਗੱਲ ਇਹ ਆ ਕਿ ਵੀ ਕਰੋਨਾ ਹੁਣ ਜਾਂਦਾ ਵੀ ਸਿਆਸੀ ਤੌਰ 'ਤੇ ਚਰਚਾ 'ਚ ਆ ਉਸੇ ਤਰ੍ਹਾਂ ਹੀ। ਹੁਣ ਜੇ ਕੇਂਦਰ ਸਰਕਾਰ ਵਾਲੇ ਪਾਸੋਂ ਵੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਜਿੱਦਾਂ ਹੁਣ ਉਸ ਦਿਨ ਮਨ ਕੀ ਬਾਤ ਦੇ ਵਿੱਚ ਐਲਾਨ ਕਰਤਾ ਵੀ ਪਰਵਾਹ ਨਾ ਕਰੋ, ਇਕੱਲੇ ਨੂੰ ਟੀਕੇ ਲਾ ਦਿਆਂਗੇ। ਉਦੋਂ ਬਾਅਦ ਹੁਣ ਚਰਚਾ ਇਹ ਵੀ ਹੈ ਕਿ ਵੀ ਕੁਝ ਲੋਕ ਕਹਿੰਦੇ ਆ ਵੀ ਸਾਨੂੰ ਪਹਿਲਾਂ ਲੱਗ ਜਾਣੇ ਆ, ਛੇਤੀ ਲੱਗ ਜਾਣੇ ਕਿਉਂਕਿ ਸਰਕਾਰ ਨੇ ਇਜਾਜ਼ਤਾਂ ਦੇ ਦਿੱਤੀਆਂ। ਪਰ ਜਦੋਂ ਗਰਾਊਂਡ ਲੈਵਲ ਦੇ ਉੱਪਰ ਆਪਾਂ ਦੇਖਦੇ ਹਾਂ ਉਦੋਂ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਗਈ ਉਹ ਕਹਿੰਦੇ ਵੀ ਸਾਡਾ ਤਾਂ ਕੋਈ ਪਤਾ ਹੀ ਹੈ ਨਹੀਂ ਕਿਸੇ ਨੂੰ ਵੀ ਕੋਈ ਦੂਜੀ ਡੋਜ਼ ਵੀ ਲੱਗਣੀ ਕਿ ਨਹੀਂ ਲੱਗਣੀ। ਜੇ ਕੋਈ ਕਿਸੇ ਪਾਸੇ ਰਜਿਸਟ੍ਰੇਸ਼ਨ ਵਾਲੇ ਪਾਸੇ ਜਾਂਦਾ ਤਾਂ ਉਹ ਕਹਿੰਦੇ ਵੀ ਪ੍ਰਾਈਵੇਟ ਥਾਵਾਂ ਦੇ ਜ਼ਰੂਰ ਅਗਲੇ ਪਾਸੇ ਮੈਸੇਜ ਮਿਲਦੇ ਵੀ ਫਲਾਣੇ ਹਸਪਤਾਲੋਂ ਲਵਾ ਲਓ, ਪਰ ਸਰਕਾਰੀ ਤੌਰ 'ਤੇ ਕਿੱਥੋਂ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਲਵਾ ਸਕਦੇ ਹੋ ਉਹਦਾ ਕੋਈ ਪਤਾ ਸੁਰ ਨਹੀਂ ਲੱਗਦਾ। ਹੁਣ ਸਰਕਾਰ ਕਹਿੰਦੀ ਫਰੀ ਲਾਉਣਾ, ਜੇ ਕੋਈ ਲਵਾਉਣਾ ਚਾਹੇ ਤੈਨੂੰ ਥਾਂ ਟਿਕਾਣਾ ਨਹੀਂ ਲੱਭਦਾ, ਫਿਰ ਲੋਕ ਜਾਣ ਕਿੱਥੇ? ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਤੁਸੀਂ ਕਿਹਾ ਕਿ ਜਾਂਦਾ ਪਰ ਅਜੇ ਇਹਦੀ ਕੋਈ ਗਰੰਟੀ ਨਹੀਂ ਕਿ ਚੱਲਿਆ, ਕਿਉਂਕਿ ਇਦਾਂ ਤਾਂ ਪਿਛਲੇ ਸਾਲ ਅਕਤੂਬਰ ਨਵੰਬਰ ਦੇ ਵਿੱਚ ਵੀ ਸਾਡੇ ਸਿਆਸੀ ਲੀਡਰਾਂ ਨੂੰ ਲੱਗਦਾ ਸੀ ਕਿ ਚਲਾ ਗਿਆ। ਇਸੇ ਕਰਕੇ ਸਾਰੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦੇ ਲੀਡਰ ਨੇ ਦਾਅਵਾ ਨਹੀਂ ਸੀ ਕੀਤਾ ਕਿ ਕੋਵਿਡ ਚਲਾ ਗਿਆ। ਕਿਸੇ ਵੀ ਦੇਸ਼ ਦੇ ਲੀਡਰ ਨੇ ਇਹ ਦਾਅਵਾ ਨਹੀਂ ਸੀ ਕੀਤਾ ਕਿ ਅਸੀਂ ਕਾਬੂ ਪਾ ਲਿਆ। ਉਹ ਕਹਿੰਦੇ ਸੀ ਤਿਆਰੀ ਕਰੋ, ਪਤਾ ਨਹੀਂ ਹੁੰਦਾ ਦੁਬਾਰਾ ਕੋਈ ਸਮੱਸਿਆ ਆ ਜਾਵੇ, ਆਕਸੀਜਨ ਦੀ ਪ੍ਰੋਡਕਸ਼ਨ ਵਧਾਓ, ਹਸਪਤਾਲਾਂ ਦੇ ਵਿੱਚੋਂ ਕਮਜ਼ੋਰੀਆਂ ਦੂਰ ਕਰੋ, ਲੋਕਾਂ ਨੂੰ ਆਪਣੇ ਕਹਿਣੇ 'ਚ ਰੱਖੋ ਤਾਂ ਜੋ ਮੁਕਾਬਲਾ ਕਰ ਸਕੀਏ। ਤੁਹਾਡੇ ਅੰਦਰ ਅੱਜ ਲੀਡਰ ਪਹਿਲੇ ਮਿੰਟ 'ਚ ਹੀ ਬੋਲਣ ਲੱਗ ਪਿਆ ਕਿ ਜਾਂਦਾ ਕਿਉਂਕਿ ਦੇਖੋ ਲੀਡਰ ਨਹੀਂ, ਦੇਖੋ ਬੜਾ ਇਤਰਾਜ਼ ਕਈ ਵਾਰ ਕਰਦੇ ਨੇ ਜਿਹੜੇ ਬੀਜੇਪੀ ਦੇ ਆਪਣੇ ਪਰਿਵਾਰ ਦੇ ਮੈਂਬਰ ਆ। ਉਹ ਕਹਿੰਦੇ ਯਾਰ ਤੁਸੀਂ ਸਰਕਾਰ ਦੀ ਨਾ ਹਰ ਗੱਲ 'ਤੇ ਨਿੰਦਿਆ ਕਰਦੇ। ਹੁਣ ਮੈਨੂੰ ਇਹ ਸੀ ਵੀ ਹੁਣ ਜੇ ਸਰਕਾਰ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ, ਗ੍ਰਹਿ ਮੰਤਰੀ ਸਾਹਿਬ ਨੇ ਕਿਹਾ, ਕਈ ਮੁੱਖ ਮੰਤਰੀਆਂ ਨੇ ਕਹਿ ਦਿੱਤਾ ਵੀ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ। ਹੁਣ ਕੰਮ ਕੀਤਾ ਤਾਂ ਉਦੋਂ ਹੁੰਦਾ ਨਾ ਵੀ ਜਦੋਂ ਕੋਈ ਮਤਲਬ ਜਿਹੜਾ ਟਾਈਮ ਲੰਘ ਗਿਆ ਹੋਵੇ ਵੀ ਆਹ ਚੀਜ਼ ਅਸੀਂ ਭੁਗਤਾ ਦਿੱਤੀ ਹੈ। ਮੈਂ ਤਾਂ ਕਹਿਦਾ ਵੀ ਉਹਨਾਂ ਦੇ ਹਿਸਾਬ ਨਾਲ ਚੱਲ ਗਿਆ। ਫਿਲਮਾਂ ਦੇ ਵਿੱਚ ਨਾ ਜਦੋਂ ਮੁੱਕਣ ਵਾਲੀ ਹੁੰਦੀ ਹੈ ਫਿਲਮ ਤੇ ਉਦੋਂ ਜਿਹੜਾ ਹੀਰੋ ਜਿੱਤ ਜਾਂਦਾ ਉਹਦੇ ਮੱਥੇ ਤੋਂ ਮਾੜਾ ਜਿਹਾ ਖੂਨ ਨਿਕਲਦਾ ਹੁੰਦਾ, ਇੱਥੇ ਇੱਕ ਰੋਡ ਪਿਆ ਹੁੰਦਾ, ਦੂਜੇ ਪਾਸੇ ਮਾੜੀ ਜਿਹੀ ਹੋ ਸਕਦਾ ਉਹਨੂੰ ਬਾਂਹ ਇੱਦਾਂ ਕਰਨੀ ਪਵੇ, ਪਰ ਐਂਡ 'ਚ ਗੀਤ ਜਿਹਾ ਗਾਉਂਦਾ ਹੁੰਦਾ ਕਿ ਭਾਈ ਜਿੱਤ ਗਏ ਆ। ਪਰ ਉਹ 2.5-3 ਘੰਟਿਆਂ ਦੀ ਫਿਲਮਾਂ ਦੇ ਵਿੱਚ ਜਿੰਨਿਆਂ ਦੇ ਹੱਡ ਟੁੱਟੇ ਆ, ਜਿੰਨੇ ਉਹ ਪਰਿਵਾਰ ਦੇ ਵਿੱਚੋਂ ਬੰਦੇ ਮਾਰੇ ਗਏ, ਉਹਨਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੁੰਦਾ। ਇੱਕ ਵਾਰੀ ਉਹਦੀ ਫੋਟੋ ਜੀ ਦਿਖਾਉਂਦੇ ਆ, ਤੈਨੂੰ ਮੱਥਾ ਟੇਕਦਾ ਦਿਖਾਉਂਦੇ ਆ। ਹੁਣ ਲੱਖਾਂ ਲੋਕ ਮਾਰੇ ਜਾਣ ਤੋਂ ਬਾਅਦ ਵੀ ਜੇ ਦਾਅਵਾ ਕਰੀ ਜਾਣਾ ਕਿ ਭਾਈ ਅਸੀਂ ਬਹੁਤ ਵਧੀਆ ਕੀਤਾ, ਬਹੁਤ ਹੀ ਵਧੀਆ ਕੀਤਾ। ਹੁਣ ਆਗਰੇ ਵਾਲੇ ਹਸਪਤਾਲ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕੀ ਹੋਇਆ। ਆਪਾਂ ਨੂੰ ਪਤਾ ਹੀ ਆ ਕਿ ਆਕਸੀਜਨ ਦੀ ਘਾਟ ਦੇ ਕਰਕੇ ਲੋਕਾਂ ਦੇ ਸਾਹ ਜਿਹੜੇ ਕਿੱਦਾਂ ਘੁੱਟੇ ਗਏ। ਚਲੋ ਸਾਰਿਆਂ ਨੂੰ ਮੁਫਤ ਆਪਾਂ ਟੀਕਾ ਲਾਉਣਾ ਬਹੁਤ ਚੰਗੀ ਗੱਲ ਹੈ। ਇਹ ਤਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਰੌਲਾ ਪਾਇਆ ਸੀ ਕਿ ਭਾਈ ਸਾਰੀ ਚੀਜ਼ ਮੋਨੀਟਰ ਹੋਣੀ ਚਾਹੀਦੀ ਹੈ। ਵੈਸੇ ਤਾਂ ਹੁਣ 745 ਤੋਂ ਲੈ ਕੇ 1400 ਤੱਕ ਤਿੰਨਾਂ ਦਵਾਈਆਂ ਦੀ ਕੀਮਤ ਨਿਰਧਾਰਿਤ ਕਰਤੀ ਕਿ ਪ੍ਰਾਈਵੇਟ ਹਸਪਤਾਲਾਂ ਨੇ ਲੈਣੇ ਤਾਂ ਇੰਨੇ ਦਾ ਟੀਕਾ ਤੇ 150 ਰੁਪਈਆ ਉੱਪਰ, ਇਹਦੇ ਤੋਂ ਵੱਧ ਰੁਪਈਏ ਨਹੀਂ ਕੋਈ ਵਸੂਲ ਸਕਦਾ ਤੇ ਲੈ ਜਾਓ। ਤੇ 44 ਕਰੋੜ ਟੀਕਿਆਂ ਦਾ ਆਰਡਰ ਕੋਵੀਸ਼ੀਲਡ ਤੇ ਕੋਵੈਕਸਿਨ ਵਾਲਿਆਂ ਨੂੰ ਕੇਂਦਰ ਦੀ ਸਰਕਾਰ ਨੇ ਦੇ ਦਿੱਤਾ। ਬਹੁਤ ਚੰਗਾ ਕੀਤਾ। ਪਰ ਇੱਕ ਭਰਮ, ਇੱਕ ਭੁਲੇਖਾ, ਇੱਕ ਦੁਬਿਧਾ, ਇੱਕ ਦੁਚਿੱਤੀ ਜਿਹੜੀ ਲੋਕਾਂ 'ਚ ਬਣੀ ਹੈ, ਕਿਉਂਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੇਂਦਰ ਦੀ ਸਰਕਾਰ ਸਾਨੂੰ ਮਾੜਾ ਮੋਟਾ ਹਿਸਾਬ ਕਿਤਾਬ ਦੱਸੇ ਕਿ ਦੇਸ਼ ਦੀ ਬਹੁਤ ਸਾਰੀ ਆਬਾਦੀ ਦੇ ਕੋਲੇ ਮੋਬਾਈਲ ਫੋਨ ਹੈ ਨਹੀਂ, ਦੇਸ਼ ਦੀ ਬਹੁਤ ਸਾਰੀ ਆਬਾਦੀ ਅਜੇ ਪੂਰੀ ਤਰ੍ਹਾਂ ਪੜ੍ਹੀ ਲਿਖੀ ਨਹੀਂ, ਦੇਸ਼ ਦੀ ਬਹੁਤ ਸਾਰੀ ਆਬਾਦੀ ਅਜੇ ਐਪ ਦਾ ਪ੍ਰਯੋਗ ਕਰਨਾ ਨਹੀਂ ਸਿੱਖੀ, ਤੇ ਜਿਹੜਾ ਬੰਦਾ ਰਜਿਸਟ੍ਰੇਸ਼ਨ ਕਰਾਉਣ ਜੋਗਾ ਨਹੀਂ ਉਹ ਅਗਲਾ ਟੀਕਾ ਕਿੱਥੋਂ ਲਵਾਊਗਾ, ਉਹਨੂੰ ਇਨਫੋਰਮੇਸ਼ਨ ਕਿੱਥੋਂ ਆਊਗੀ ਕਿ ਉਹਨੇ ਬਾਰ-ਬਾਰ ਜਾ ਕੇ ਡਾਕਟਰ ਨੂੰ ਪੁੱਛਣਾ ਹੈ ਕਿ ਭਾਈ ਸੈਕੰਡ ਡੋਜ਼ ਕਿੱਥੋਂ ਲੱਗਣੀ ਹੈ, ਜਾਂ ਉਹਨੂੰ ਘਰੇ ਸੁਨੇਹਾ ਜਾਣਾ। ਇੱਕ ਪਾਰਦਰਸ਼ੀ ਸਿਸਟਮ ਜਿਹੜਾ ਉਹ ਸੰਧਾਲੀਆ ਸਾਹਿਬ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਜੇ ਲੋਕਾਂ ਦੇ ਵਿੱਚ ਆਪੋ ਤਾਪੀ ਪਈ ਰਹੀ, ਹੋ ਸਕਦਾ 1400 ਵਾਲਾ ਟੀਕਾ ਫਿਰ 24 ਸਾਹਿਬ ਦੇ ਚੁੱਪ ਚੁਪੀਤੇ ਲੱਗੀ ਜਾਵੇ। ਨਹੀਂ ਉਹ ਤਾਂ ਲੱਗਣਾ, ਕਿਉਂਕਿ ਇਹ ਤਾਂ ਗੱਲ ਕਲੀਅਰ ਹੈ ਜੀ। ਤੁਸੀਂ ਜ਼ਰੂਰ ਇਹ 'ਤੇ ਟਿੱਪਣੀ ਕਰਿਓ ਕਿ ਜੇ ਤੁਹਾਨੂੰ ਕੋਈ ਰਾਹ ਰਸਤਾ ਮਿਲ ਰਿਹਾ ਜਾਂ ਕਿਸੇ ਨੇ ਤੁਹਾਨੂੰ ਗਾਈਡ ਕੀਤਾ ਕਿ ਜੇ ਤੁਸੀਂ ਪਹਿਲੀ ਡੋਜ਼ ਲਵਾ ਲਈ ਆ ਅਤੇ ਹੁਣ ਦੂਜੀ ਡੋਜ਼ ਕਦੋਂ ਲੱਗ ਸਕਦੀ ਹੈ, ਕਿੱਦਾਂ ਲੱਗ ਸਕਦੀ, ਐਂਡ ਜੇ ਕੋਈ ਰਜਿਸਟ੍ਰੇਸ਼ਨ ਕਰਵਾਉਂਦਾ ਅਤੇ ਕੋਈ ਸਰਕਾਰੀ ਥਾਂ ਥਿੱਤਾ ਵੀ ਦੱਸਦੇ ਆ ਵੀ ਫਲਾਣੇ ਥਾਂ ਤੋਂ ਫਲਾਣੇ ਸਰਕਾਰੀ ਹਸਪਤਾਲ 'ਚੋਂ ਇੰਨੀ ਤਰੀਕ ਨੂੰ ਆ ਕੇ ਫਰੀ ਲਵਾ ਲਿਓ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਕਿਹਾ ਵੀ ਫਰੀ ਲੱਗਣੇ ਤਾਂ ਲੱਗਣੇ ਹੋਣਗੇ ਕਿਤੇ ਨਾ ਕਿਤੇ। ਤੇ ਜੇ ਨਹੀਂ ਤਾਂ ਫਿਰ ਜ਼ਰੂਰ ਤੁਸੀਂ ਇਹ ਗੱਲ ਕਰਿਓ ਤਾਂ ਜੋ ਪਤਾ ਤਾਂ ਲੱਗੇ ਵੀ ਉੱਪਰ ਜਸਟ ਹਵਾ 'ਚ ਹੀ ਗੱਲਾਂ ਕਿ ਜ਼ਮੀਨੀ ਲੈਵਲ 'ਤੇ ਵੀ ਕੁਛ ਹੈਗਾ। ਨਹੀਂ ਸੰਧਾਲੀਆ ਸਾਹਿਬ, ਜ਼ਰੂਰੀ ਹੈ, ਪਤਾ ਲੱਗਣਾ ਵੀ ਜ਼ਰੂਰੀ ਹੈ। ਵੈਸੇ ਜੇ ਸਰਕਾਰੀ ਥਾਵਾਂ 'ਤੇ ਕਿਤੇ ਨਹੀਂ ਲੱਗਦੇ ਤਾਂ ਉਹਦਾ ਮਤਲਬ ਇਹ ਨਹੀਂ ਲੈਣਾ ਚਾਹੀਦਾ ਕਿ ਭਾਈ ਉਹ ਸਾਰੇ ਬੰਦੇ ਲਾਉਣਾ ਨਹੀਂ ਚਾਹੁੰਦੇ, ਕਿਉਂਕਿ ਬਹੁਤ ਸਾਰੇ ਸੂਬਿਆਂ ਨੂੰ ਅਜੇ ਅਗਲੀ ਡੋਜ਼ ਆਉਣੀ ਆ।
ਉਹਨਾਂ ਨੂੰ ਕਦੋਂ ਆਉਂਦੀ ਆ, ਹੋ ਸਕਦਾ ਹਰਿਆਣੇ 'ਚ ਲੱਗਣ, ਪੰਜਾਬ ਦੇ ਵਿੱਚ ਕਈ ਥਾਵਾਂ ਤੇ ਨਾ ਹੁਣ, ਪੰਜਾਬ 'ਚ ਲੱਗਣ, ਹਰਿਆਣੇ 'ਚ ਕਿਤੇ ਮੁੱਕ ਗਏ ਹੁਣ, ਕਿਉਂਕਿ ਹੌਲੀ ਹੌਲੀ ਬਣਨੀ ਆ ਤੇ ਹੌਲੀ ਹੌਲੀ ਆਉਣੀ ਆ। ਪਰ ਇੱਕ ਗੱਲ ਸਰਕਾਰ ਨੇ ਤੈਅ ਕਰ ਦਿੱਤੀ ਹੈ, ਕਿਉਂਕਿ 84 ਦਿਨ ਦਾ ਸਮਾਂ ਸੀ ਕਿ ਪਹਿਲਾ ਟੀਕਾ ਲਵਾ ਕੇ ਦੂਜਾ ਟੀਕਾ 84 ਦਿਨਾਂ ਦੇ ਬਾਅਦ ਲੱਗਣਾ। ਪਰ ਜੇ ਕੋਈ ਖਿਡਾਰੀ ਦੂਸਰੇ ਦੇਸ਼ ਦੇ ਵਿੱਚ ਕਿਸੇ ਪਾਰਟਿਸਿਪੇਟ ਕਰਨ ਚੱਲਿਆ, ਜੇ ਮੰਨ ਲਓ ਕਿ ਪੰਜਾਬ ਦਾ, ਭਾਰਤ ਦਾ ਕੋਈ ਵਿਦਿਆਰਥੀ, ਕੋਈ ਸਟੂਡੈਂਟ ਵਿਦੇਸ਼ ਦੇ ਵਿੱਚ ਪੜ੍ਹਨ ਚੱਲਿਆ, ਕਈ ਬੰਦੇ ਜਿਹੜੇ ਮਰਚੈਂਟ ਨੇਵੀ ਦੇ ਵਿੱਚ ਕੰਮ ਕਰਦੇ ਹੁੰਦੇ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਪੈਣਾ, ਜੇ ਉਹਨਾਂ ਨੂੰ ਲੋੜ ਹੈ, ਜੇ ਕੋਈ ਬਹੁਤ ਪ੍ਰਤੀਨਿਧੀ ਮੰਡਲ ਕਿਤੇ ਜਾਣਾ ਹੈ ਦੂਸਰੇ ਮੁਲਕਾਂ ਦੇ ਵਿੱਚ, ਜਾਂ ਕਾਰੋਬਾਰੀ ਬੰਦਿਆਂ ਨੂੰ ਜਾਣਾ ਆਉਣਾ ਪੈਂਦਾ, ਤੇ ਉਹਨਾਂ ਨੂੰ ਉਹ ਕਹਿੰਦੇ ਕਿ ਐਡੀ ਗੱਲ ਨਹੀਂ ਹੈ, 28 ਦਿਨਾਂ ਦੇ ਬਾਅਦ ਵੀ ਦੂਸਰੀ ਡੋਜ਼ ਲੱਗ ਸਕਦੀ ਹੈ। ਦੇਖੋ ਇਹ ਬਾਠ ਸਾਹਿਬ ਮੇਰਾ ਵੀਰ ਆ, ਇਹਨਾਂ ਦੀ ਥੋੜੀ ਮੁਸ਼ਕਲ ਹੈਗੀ ਹੈ ਵੀ ਆਮ ਤੌਰ ਤੇ ਮੈਨੂੰ ਲੈ ਵੀ 5 ਮਿੰਟਾਂ 'ਚ ਆਇਆ, ਇਹ ਕਈ ਵਾਰ ਇਹ ਦੱਸ ਦਿੰਦੇ ਵੀ ਨਹੀਂ ਤੂੰ 3 ਮਿੰਟ ਤੇ 58 ਸਕਿੰਟਾਂ 'ਚ ਮੁੜਨਾ। ਉਸ ਹਿਸਾਬ ਨਾਲ ਇਹਨਾਂ ਨੇ ਇਹ ਕਹਿਤਾ ਵੀ 84 ਦਿਨਾਂ ਤੋਂ 28 ਦਿਨ, ਇਹਨੂੰ ਮੋਟਾ ਯਾਦ ਕਰਨ ਲਈ ਆਪਾਂ ਇਹ ਕਹਿ ਦਿੰਦੇ ਵੀ ਪਹਿਲਾਂ 3 ਮਹੀਨੇ ਬਾਅਦ ਲੱਗਣਾ ਸੀ ਤੇ ਹੁਣ ਮਹੀਨੇ ਬਾਅਦ ਲਵਾ ਸਕਦਾ ਜਿਹਨੂੰ ਕਾਲੀ ਜੀ, ਹੁਣ ਯਾਦ ਰੱਖਣਾ ਸੌਖਾ ਤੇ ਉਹਦੇ ਲਈ ਵੀ ਇਦਾਂ ਨਹੀਂ ਕਿ ਤੁਸੀਂ ਜਾ ਕੇ ਉੱਥੇ ਉਹ ਯਾਰ ਸਰਕਾਰ ਨੇ ਕਹਿ ਤਾਂ ਦਿੱਤਾ ਮੈਂ ਜਾਣਾ, ਦੇਖੋ ਵੀਜ਼ਾ ਮੇਰਾ ਲੱਗਾ, ਟਿਕਟ ਮੈਂ ਲੈ ਲਈ ਹੈ ਨਾ। ਅਫਸਰ ਇੱਕ ਨਿਯੁਕਤ ਹੋਣਾ, ਉਸ ਅਫਸਰ ਦੇ ਕੋਲ ਡਿਸਟ੍ਰਿਕਟ ਦਾ ਅਫਸਰ ਹੋਣਾ, ਉਹਦੇ ਕੋਲੇ ਅਰਜ਼ੀ ਦੇਣੀ ਪਊਗੀ, ਉਹ ਫਿਰ ਮਨਜ਼ੂਰੀ ਦਊਗਾ, ਉਸ ਮਨਜ਼ੂਰੀ ਤੋਂ ਬਾਅਦ ਹੀ ਤੁਸੀਂ ਸੈਕੰਡ ਡੋਜ਼ ਲਵਾ ਸਕਦੇ ਹੋ। ਕਿਉਂਕਿ ਹੋ ਸਕਦਾ ਕਿ ਬਹੁਤ ਸਾਰੇ ਮੁਲਕਾਂ 'ਚ ਅਜੇ ਕਾਨੂੰਨ ਕੋਈ ਨਹੀਂ ਬਣਿਆ, ਪਰ ਹੋ ਸਕਦਾ ਅਗਲੇ ਕਹਿਣ ਕਿ ਭਾਈ ਜੇ 2 ਟੀਕੇ ਲਵਾਏ ਆ ਤਾਂ ਤੁਸੀਂ ਆ ਸਕਦੇ ਹੋ, ਨਹੀਂ ਤਾਂ ਸਾਡੇ ਵੱਲੋਂ ਹੱਥ ਖੜੇ ਆ। ਕੁੱਲ ਮਿਲਾ ਕੇ ਸਾਡੀ ਲੋੜ ਪੈ ਗਈ, ਸਾਡੀ ਸੁਭਾਵ ਲੀਡਰਾਂ ਦੀ। ਇਹਦਾ ਮਤਲਬ ਵੀ ਹੁਣ ਜਿਹੜਾ ਵੀ ਕੋਈ ਇੱਧਰ ਉੱਧਰ ਲੀਡਰ ਜਾਣਦਾ, ਉਹਦੀ ਸਿਫਾਰਿਸ਼ ਕਰਾਉਣੀ ਪਊਗੀ, ਉਹ ਫਿਰ ਅੱਗੇ ਅਫਸਰ ਨੂੰ ਕਹੂਗਾ ਵੀ ਉਹ ਫਿਰ ਫਲਾਨਿਆਂ ਦੇ ਯਾਰ ਮੁੰਡੇ ਦਾ ਫਿਰ ਉਹ ਉਧਰ ਸਟੱਡੀ ਦਾ ਬਣ ਗਿਆ, ਫਿਰ ਉਹ ਯਾਰ ਕਰਾਓ ਯਾਰ, ਬੰਦੇ ਆਪਣੇ ਆ, ਬੰਦੇ ਆਪਣੇ, ਫਿਰ ਤੁਸੀਂ ਚਲੇ ਜਾਓ। ਹੈ ਆਪਣੇ ਨਹੀਂ ਗਏ, ਆਪਣੇ ਹੋ ਗਏ ਆ। ਸੋ ਇਹ ਹੈ ਕਿ ਵੀ ਇਹ ਬਾਠ ਸਾਹਿਬ ਚਾਹੇ ਮੰਨਣ ਚਾਹੇ ਨਾ ਮੰਨਣ, ਪਰ ਇਹ ਗੱਲ ਤਾਂ ਹੈਗੀ ਵੀ ਹੁਣ ਟੀਕਾ ਲਵਾਉਣ ਲਈ ਵੀ ਸਾਡੀ ਲੋੜ ਪੈਣੀ ਹੈ ਮੱਖਣਾ, ਤੇ ਤੁਸੀਂ ਕਹਿੰਦੇ ਵੀ ਲੀਡਰਾਂ ਦੀ ਲੋੜ ਨਹੀਂ, ਇਹਨੂੰ ਕਹਿੰਦੇ ਅਹਿਮੀਅਤ, ਇਹ ਅਸੀਂ ਬਣਾ ਕੇ ਰੱਖੀ। ਸੰਧਾਲੀਆ ਸਭ ਗੱਲ ਤੁਹਾਡੀ ਠੀਕ ਹੈ, ਜਿੱਦਾਂ ਹੋਣਾ ਕਿ ਨਹੀਂ ਹੋਣਾ ਪਹਿਲਾਂ ਇੰਨਾ ਕਹਿ ਦਿਓ, ਮੇਰਾ ਦਿਲ ਰੱਖਿਆ ਜਾਊ। ਮੈਂ ਕਿਹਾ ਹੋਣਾ ਬਸ ਠੀਕ। ਪਰ ਮੁੜ ਕੇ ਜਦੋਂ ਅਸੀਂ ਵੋਟ ਪਾਉਣੀ ਆ ਤਾਂ ਜਿਹਦਾ ਟੀਕਾ ਅੰਦਰ ਜਾ ਕੇ ਲਾਈਦਾ, ਵੋਟ ਅਸੀਂ ਅੰਦਰ ਜਾ ਕੇ ਪਾਉਣੀ ਆ। ਵੈਸੇ ਗੱਲ ਹੀ ਕਰਦਾ ਆ ਮੈਂ, ਕੋਈ ਸੁਝਾਅ ਨਹੀਂ ਦਿੰਦਾ, ਕਿਸੇ ਨੂੰ ਪਰਚੀ ਨਹੀਂ ਦਿੰਦਾ। ਮੈਂ ਤਾਂ ਕਹਿੰਦਾ ਕਿ ਕੋਈ ਗੱਲ ਨਹੀਂ, ਜੇ ਇਦਾਂ ਦਾ ਸਿਸਟਮ ਬਣਾਤਾ ਜਾਊਗਾ ਕਿ ਲੀਡਰ ਤੋਂ ਬਿਨਾਂ ਟੀਕਾ ਨਹੀਂ ਲੱਗਣਾ, ਵੋਟ ਤਾਂ ਅਸੀਂ ਉਹ ਹਰੇ ਜਿਹਾ ਪਰਦੇ ਦੇ ਅੰਦਰ ਜਾ ਕੇ ਟੂ ਹੋਣੀ ਆ। ਉਹ ਗੱਲ ਨਹੀਂ, ਬੰਦਾ ਚਲੇ ਜਾਂਦਾ ਹੁੰਦਾ ਨਾਲ ਮੁੜ ਕੇ, ਉਹਨੂੰ ਇਹ ਉਸ ਵੇਲੇ ਲੱਗਦਾ ਵੀ ਆ ਤੇ ਥੋੜੀ ਜਿਹੀ ਅੱਖ ਰੱਖੀ ਵਾ, ਤੂੰ ਮਗਰ ਜਾ ਕੇ ਦੇ ਵੇਖਣਾ ਵੀ ਇਹ ਕਿਹੜਾ ਬਟਨ ਦੱਬਦਾ, ਚੀਂ ਕਿੱਧਰ ਕਰਾਉਂਦਾ ਜੀ। ਹਾਂ ਆ ਜਾਓ ਫਿਰ। ਅੱਛਾ ਗੱਲ ਇਹ WhatsApp ਵੀ ਇਹ ਸਾਰੇ ਕੁਛ ਦੇ ਵਿੱਚ ਜਿਹੜੀ ਚਰਚਾ ਆਪਾਂ ਕੱਲ ਵੀ ਥੋੜੀ ਜਿਹੀ ਕੀਤੀ ਸੀ, ਤੇ ਅੱਜ ਮੈਨੂੰ ਇਹ ਹੈ ਕਿ ਆਪਾਂ ਥੋੜੀ ਜਿਹੀ ਜ਼ਿਆਦਾ ਤਾਂ ਕਰ ਲਈ ਕਿਉਂਕਿ ਅੱਜ ਜੇ ਮੈਂ ਗਲਤ ਨਹੀਂ ਤੇ 9 ਤਰੀਕ ਭਾਰਤ 'ਚ ਹੋਗੀ। 9 ਤਰੀਕ ਦਾ ਦਿਨ ਮੁਕਰਰ ਕੀਤਾ ਸੀ ਰਕੇਸ਼ ਟਕੈਤ ਸਾਹਿਬ ਤੇ ਉਧਰ ਮਮਤਾ ਬੈਨਰਜੀ ਦੀ ਮੁਲਾਕਾਤ ਦਾ। ਹੁਣ ਮੁਲਾਕਾਤ ਆਪਾਂ ਕੱਲ ਵੀ ਗੱਲ ਕਲੀਅਰ ਕਰਤੀ ਸੀ ਵੀ ਹੁਣ ਜਿੱਦਾਂ ਬੰਗਾਲ ਦੇ ਵਿੱਚ ਕਿਸਾਨ ਗਏ ਤੇ ਮਮਤਾ ਬੈਨਰਜੀ ਨੂੰ ਲੱਗਿਆ ਵੀ ਪ੍ਰੈਸ਼ਰ ਗਰੁੱਪ ਅੱਛਾ ਹੈ ਤੇ ਕਿਉਂ ਇਹਨਾਂ ਦਾ ਫਾਇਦਾ ਲੈ ਲਾਂ। ਹੁਣ ਯੂਪੀ ਦੇ ਵਿੱਚ ਗਾਂ ਇਲੈਕਸ਼ਨਾਂ ਤੇ ਮਮਤਾ ਬੈਨਰਜੀ ਹੋਰਾਂ ਦਾ ਦਿਲ ਕਰਦਾ ਹੈ ਕਿ ਮੈਂ ਉੱਥੇ ਜਾ ਕੇ ਵੀ ਇਲੈਕਸ਼ਨ ਲੜਾਂ, ਬਿਆਨ ਦੇਵਾਂ, ਤੇ ਫਿਰ ਉਹ ਬੰਗਾਲੀ ਭਾਸ਼ਾ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਹੁੰਦੇ ਕਿ ਵੀ ਮੈਂ ਨਹੀਂ ਡਰਦੀ, ਮੈਨੂੰ ਭਾਵੇਂ ਗੋਲੀ ਮਾਰ ਦਿਓ, ਤੇ ਉਹਦੇ ਨਾਲ ਰਕੇਸ਼ ਟਕੈਤ ਹੋਰਾਂ ਦੇ ਬਿਆਨ ਜਦੋਂ ਰਲਣਗੇ ਤਾਂ ਮਤਲਬ ਫਿਰ ਯੂਪੀ ਦੇ ਰੁਝਾਨ ਬਦਲ ਸਕਦੇ ਆ। ਸੰਧਾਲੀਆ ਸਾਹਿਬ ਇਹ ਕਈ ਪੱਖਾਂ ਤੋਂ ਸੋਚਣ ਵਾਲੀ ਗੱਲ ਹੈ। ਕੱਲ ਜਦੋਂ ਆਪਾਂ ਗੱਲ ਕਰਦੇ ਸੀ ਟਕੈਤ ਸਾਹਿਬ ਨੇ ਜਾਣਾ ਕਿ ਭਾਈ ਕਿਤੇ ਉਧਰ ਤਾਂ ਨਹੀਂ ਚਲੇ ਜਾਣਗੇ, ਉਹ ਤਾਂ ਉਧਰ ਜਾਣਗੇ ਕਿ ਨਹੀਂ ਜਾਣਗੇ, ਬੀਬੀ ਜੀ ਇੱਧਰ ਆ ਚੱਲਿਆ। ਹਾਂ ਹੁਣ ਇੱਕ ਗੱਲ ਤਕਰੀਬਨ ਕਲੀਅਰ ਹੋ ਗਈ, ਜਦੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਸੀ ਤਾਂ ਆਪਾਂ ਬਾਰ-ਬਾਰ ਸੰਕੇਤ ਦਿੱਤਾ ਸੀ ਕਿ ਬੀਬੀ ਮਮਤਾ ਬੈਨਰਜੀ ਵੱਡੇ ਲੀਡਰ ਦੇ ਤੌਰ ਤੇ ਉੱਭਰੀ ਹੈ। ਜਿੰਨਾ ਰਾਹੁਲ ਗਾਂਧੀ ਤੇ ਬੀਬੀ ਸੋਨੀਆ ਗਾਂਧੀ ਸਿਆਸੀ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਥੱਲੇ ਲੱਗੇ ਆ, ਬੀਬੀ ਮਮਤਾ ਬੈਨਰਜੀ ਦਾ ਉਨਾ ਹੀ ਉਭਾਰ ਹੋਇਆ। ਹਾਲਾਂਕਿ ਪੱਛਮੀ ਬੰਗਾਲ ਤੋਂ ਬਾਹਰ ਉਸ ਬੀਬੀ ਦਾ ਆਧਾਰ ਹੈ ਨਹੀਂ, ਇੱਕ ਅੱਧੇ ਸੂਬੇ ਸੀ, ਉਹ ਪਰਲੇ ਪਾਸੇ ਛੋਟੇ ਸੂਬੇ ਨੇ, ਇੱਧਰ ਸਾਰੇ ਭਾਰਤ ਦੇ ਵਿੱਚ। ਪਰ ਅੱਜ ਭਾਰਤ ਦਾ ਕਿਹੜਾ ਵੋਟਰ ਹੈ ਜਾਂ ਕਿਹੜਾ ਬੱਚਾ ਜਿਹੜਾ ਬੀਬੀ ਮਮਤਾ ਬੈਨਰਜੀ ਦਾ ਨਾਂ ਨਹੀਂ ਜਾਣਦਾ? ਤੇ ਸਾਰਿਆਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਇਕੱਠੀ ਹੋ ਕੇ ਪੈ ਜਾਂਦੀ ਹੈ, ਕੁਝ ਨਾ ਕੁਝ ਲੈ ਪੈਂਦੀ ਹੈ, ਆ ਹੀ ਜਾਂਦੀ ਹੈ, ਸਰਕਾਰਾਂ ਟੁੱਟ ਵੀ ਜਾਂਦੀਆਂ, ਬੰਦਿਆਂ ਨੂੰ ਹਰਾ ਵੀ ਦਿੰਦੀ ਹੈ। ਪਰ ਬੀਬੀ ਮਮਤਾ ਬੈਨਰਜੀ ਨੇ ਲਗਾਤਾਰ ਤੀਸਰੀ ਵਾਰੀ ਜਿਸ ਤਰੀਕੇ ਪਟਕਣੀ ਦਿੱਤੀ ਹੈ, ਉਹਦੇ ਤੋਂ ਬਾਅਦ ਲੋਕਾਂ ਨੂੰ ਐਂ ਲੱਗਦਾ ਯਾਰ ਜੇ ਹੋ ਸਕਦਾ ਤਾਂ ਸ਼ਾਇਦ ਬੀਬੀ ਕੰਮ ਕਰਦਾ। ਹੁਣ ਜਿਹੜੇ 3 ਫੈਸਲੇ ਹੋਏ ਲੱਗਦੇ ਆ, 3 ਫੈਸਲਿਆਂ ਦੇ ਵਿੱਚੋਂ ਪਹਿਲਾ ਫੈਸਲਾ ਤੇ ਇਹ ਲੱਗਦਾ ਕਿ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਤ੍ਰਿਣਮੂਲ ਕਾਂਗਰਸ ਲੜੂ। ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਕੰਮ ਵੀ ਸ਼ੁਰੂ ਕਰ ਦਿੱਤਾ ਕਿ ਭਾਈ ਆਪਾਂ ਯੂਪੀ 'ਚ ਜਾਂਦੇ ਆ, ਜਾ ਕੇ ਦੇਖਦੇ ਆ ਕਿ ਕਿੰਨੇ ਕੁ ਲੋਕ ਆਪਣੇ ਨਾਲ ਜੁੜਦੇ ਆ। ਦੂਸਰਾ, ਉੱਤਰਾਖੰਡ ਦੇ ਵਿੱਚ ਵੀ ਕਹਿੰਦੇ ਚੋਣ ਲੜਨੀ ਆ, ਆਧਾਰ ਬਣਾਉਣਾ ਸ਼ੁਰੂ ਕਰ ਦਿੱਤਾ। ਪਰ ਇਹਦੇ ਨਾਲ ਨਾਲ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਇਹ ਚੱਲਦੀ ਸੀ ਕਿ ਹੋ ਸਕਦਾ ਕਿ ਬੀਬੀ ਮਮਤਾ ਬੈਨਰਜੀ ਕਿਸੇ ਪਾਰਟੀ ਨੂੰ ਸਪੋਰਟ ਦੇ ਦਿਆ ਕਿ ਅਸੀਂ ਸਮਾਜਵਾਦੀ ਪਾਰਟੀ ਨਾਲ ਆ, ਅਸੀਂ ਲੋਕ ਦਲ ਨਾਲ ਆ, ਜਾਂ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਆ। ਪਰ ਅਜੇ ਤੱਕ ਤਾਂ ਇਹ ਵੀ ਪਤਾ ਲੱਗਾ ਕਿ ਬੀਬੀ ਮਮਤਾ ਬੈਨਰਜੀ ਇਕੱਲਾ 2022 ਦੀਆਂ ਯੂਪੀ ਚੋਣਾਂ ਨਹੀਂ ਦੇਖ ਰਹੀ, ਉਹ 2024 ਦੀਆਂ ਲੋਕ ਸਭਾ ਚੋਣਾਂ ਦੇਖ ਰਹੀ ਹੈ।
ਕਿਉਂਕਿ ਇੱਥੋਂ ਤੱਕ ਵੀ ਪਾਰਟੀ ਦੇ ਅੰਦਰ ਚਰਚਾ ਚੱਲ ਪਈ ਕਿ ਤ੍ਰਿਣਮੂਲ ਕਾਂਗਰਸ ਦੇ ਨਾਲ ਆਪਾਂ ਲੱਗਦੇ ਜਿੱਦਾਂ ਬੰਗਾਲੀ ਪਾਰਟੀ ਹੁੰਨੇ ਆ, ਇਹਦੇ ਨਾਲ ਕੁਝ ਐਸਾ ਲਾਈਏ ਜਿਹਦੇ ਨਾਲ ਸਾਨੂੰ ਭਾਰਤ ਭਰ ਦੇ ਵਿੱਚ ਮਾਨਤਾ ਮਿਲੇ, ਆਪਾਂ ਰਾਸ਼ਟਰੀ ਕੁਝ ਇਦਾਂ ਦਾ ਲਾਈਏ ਕਿ ਤ੍ਰਿਣਮੂਲ ਕਾਂਗਰਸ ਨੂੰ ਸਾਰੇ ਦੇਸ਼ ਦੀ ਪਾਰਟੀ ਬਣਾਈਏ। ਉਮੀਦਵਾਰ ਉਹਨਾਂ ਨੇ ਲੱਭਣੇ ਸ਼ੁਰੂ ਕਰਤੇ ਆ। ਪਤਾ ਇਹ ਵੀ ਲੱਗਿਆ ਕਿ ਕੁਝ ਭਾਜਪਾ ਦੇ ਅਸੰਤੁਸ਼ਟ ਨੇਤਾ, ਕੁਝ ਬਸਪਾ ਦੇ ਨਿਰਾਸ਼ ਹੋ ਚੁੱਕੇ ਨੇਤਾ, ਕੁਝ ਸਮਾਜਵਾਦੀ ਪਾਰਟੀ ਦੇ ਵਿੱਚ ਕਿਨਾਰੇ ਕੀਤੇ ਹੋਏ ਲੀਡਰ, ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਵੀ ਹੋ ਗਿਆ ਕਿ ਆਪਾਂ ਹੁਣ ਯੂਪੀ ਦੇ ਵਿੱਚ ਪੈਰ ਲਾਈਏ ਤੇ ਉੱਥੇ ਜਾ ਕੇ ਫਿਰ ਭਾਜਪਾ ਦਾ ਵਿਰੋਧ ਕਰੀਏ। ਪਰ ਮੈਨੂੰ ਇੱਥੇ ਇੱਕ ਪੁਆਇੰਟ ਜਿਹੜਾ ਚੁੱਭਦਾ, ਠੀਕ ਹੈ, ਬਸਪਾ ਲੜੂ, ਸਮਾਜਵਾਦੀ ਪਾਰਟੀ ਲੜੂ, ਲੋਕ ਦਲ ਲੜੂ, ਕਾਮਰੇਡ ਲੜਨਗੇ, ਕਾਂਗਰਸ ਲੜੂ, ਉੱਥੇ ਹੀ ਜੇ ਮਮਤਾ ਬੈਨਰਜੀ ਵੀ ਆ ਕੇ ਲੜਦੀ ਹੈ ਤੇ ਇਹ 6 ਧਿਰਾਂ ਬਣ ਜਾਣੀਆਂ ਤੇ ਮੋਹਰੇ ਭਾਜਪਾ ਇਕੱਲੀ ਹੋਣੀ ਹੈ। ਜਾਣੀ ਭਾਜਪਾ ਦੀਆਂ ਜੇ ਵੋਟਾਂ ਪਿਛਲੀ ਵਾਰ ਦੇ ਮੁਕਾਬਲੇ ਘਟਦੀਆਂ ਵੀ ਹੈ, ਮਮਤਾ ਬੈਨਰਜੀ ਨੂੰ, ਕਾਂਗਰਸ ਨੂੰ, ਬੀਬੀ ਮਾਇਆਵਤੀ ਨੂੰ, ਅਖਿਲੇਸ਼ ਯਾਦਵ ਨੂੰ, ਜਯੰਤ ਸਿਨਹਾ ਨੂੰ, ਇਹਨਾਂ ਸਾਰਿਆਂ ਨੂੰ ਇਹ ਗੱਲ ਜਿਹੜੀ ਚੰਗੇ ਤਰੀਕੇ ਦੇਖਣੀ ਪਊਗੀ ਕਿ ਭਾਈ ਅਸੀਂ ਕਿਤੇ ਸਾਰੇ ਅੱਡੋ ਅੱਡ ਹੋ ਕੇ ਜੇ ਚੋਣ ਲੜਦੇ ਆ, ਕਿਤੇ ਭਾਰਤੀ ਜਨਤਾ ਪਾਰਟੀ ਦਾ ਆਪ ਹੀ ਤਾਂ ਨਹੀਂ ਸਾਫ਼ ਕਰੀ, ਉਹ ਰੁਕੇ ਮੋਹਰੇ ਪੱਥਰ ਪਏ ਆ। ਨਹੀਂ, ਇਹ ਪੁਆਇੰਟ ਤੁਹਾਡਾ ਬਹੁਤ ਵੈਲਿਡ ਆ, ਪਰ ਕਾਰਨ ਇਹ WhatsApp ਵੀ ਜ਼ਰੂਰੀ ਨਹੀਂ ਨਾ ਹੁੰਦਾ ਕਿ ਵੀ ਮਤਲਬ ਜੇ ਇੱਕ ਵਾਰਾਂ ਗਲਤੀ ਕਰ ਲਈ, ਪਹਿਲੀਆਂ ਇਲੈਕਸ਼ਨਾਂ 'ਚ ਆਪਾਂ ਨੈਸ਼ਨਲ ਲੈਵਲ ਦੀ ਗੱਲ ਕਰਦੇ, ਦੂਜੀ ਵਾਰਾਂ ਗਲਤੀ ਕੀਤੀ ਵੱਖ-ਵੱਖ ਸਟੇਟਾਂ 'ਚ, ਤੱਤੀਆਂ ਤਾਜ਼ੀਆਂ ਗਲਤੀਆਂ ਦੋ ਆਪਾਂ ਯਾਦ ਕਰਾ ਦਿੰਦੇ, ਇੱਕ ਬਿਹਾਰ ਵਾਲੀ ਤੇ ਇੱਕ ਆ ਪੱਛਮੀ ਬੰਗਾਲ ਵਾਲੀ। ਇਹ ਵਿਰੋਧੀ ਧਿਰਾਂ ਨੇ ਵੱਖਰੀ ਹੋ ਕੇ ਲੜੀਆਂ। ਜਦੋਂ ਵਾਰ-ਵਾਰ ਕਹਿੰਦੇ ਸੀ ਵੀ ਆਪਾਂ ਇਕੱਠੇ ਹੋ ਜਾਈਏ, ਵੀ ਕਿਸੇ ਨੇ ਗੱਲ ਨਹੀਂ ਸੁਣੀ, ਨਾ ਉਧਰ ਲਾਲੂ ਦੇ ਮੁੰਡੇ ਦੀ ਕਿਸੇ ਨੇ ਸੁਣੀ ਬਿਹਾਰ 'ਚ, ਤੇ ਨਾ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਸੁਣੀ। ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਜੇ ਯੂਪੀ ਵਾਲੇ ਵੀ ਮਤਲਬ ਅਖਿਲੇਸ਼ ਯਾਦਵ ਹੋਰੀ ਤੇ ਜਾਂ ਬੀਬੀ ਮਾਇਆਵਤੀ ਹੋਰੀ ਨਾ ਸੁਣਨ, ਜਾਂ ਰਾਹੁਲ ਗਾਂਧੀ ਜਾਂ ਉੱਥੇ ਤੇ ਇੰਚਾਰਜ ਖੈਰ ਉਹਨਾਂ ਦੇ ਭੈਣ ਜੀ ਨੇ ਉਹ ਨਾ ਸੁਣਨ, ਤੇ ਫਿਰ ਉਹ ਕਹਿਣ ਵੀ ਨਹੀਂ ਆਪੋ ਆਪਣੀ ਤੂਤੀ ਆਪੋ ਆਪਣਾ ਵਾਜਾ, ਤੇ ਫਿਰ ਤੇ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਣ ਸਕਦੀ ਹੈ। ਪਰ ਜੇ ਕਿਤੇ ਕੋਈ ਅਕਲ ਦਾ ਹੋਗਾ ਵੇ, ਕਿਸੇ ਦੀ ਹੋਗਾ ਵੇ, ਤੇ ਅਗਲਾ ਕਹੇ ਯਾਰ ਰਲ ਜਾਣੇ, ਕੋਈ ਗੱਲ ਨਹੀਂ, ਮੈਨੂੰ 2 ਸੀਟਾਂ ਘੱਟ ਦੇ ਦਿਓ ਪਰ ਆਹ ਨਹੀਂ ਆਉਣੇ ਚਾਹੀਦੇ, ਫਿਰ ਹੋ ਸਕਦਾ ਵੀ ਸਮੀਕਰਨ ਬਦਲ ਵੀ ਜਾਣ। ਸੰਧਾਲੀਆ ਸਾਹਿਬ, ਬਾਜਾ ਬੈਂਡ ਗਰੁੱਪ ਜਿਹੜਾ ਹੁੰਦਾ ਉਹ ਵਿਆਹ ਤੇ ਵਜਾਈਦਾ, ਕਿਸੇ ਸਮਾਗਮ ਤੇ ਵਜਾਈਦਾ। ਹਾਂ, ਜੇ ਇਹਨਾਂ ਸਾਰਿਆਂ ਨੇ ਘਰੇ ਆਪੋ ਆਪਣੀ ਪੀਪ ਨਹੀਂ ਵਜਾਉਣੀ ਆ, ਪੌੜੀ ਤੇ ਬਹਿ ਕੇ, ਚੌਂਕੇ 'ਚ ਬਹਿ ਕੇ, ਜੇ ਸਿਆਲ ਆ ਗਏ ਤਾਂ ਰਜਾਈ 'ਚ ਬਹਿ ਕੇ ਫਿਰ ਜਿੰਨੀ ਮਰਜ਼ੀ ਵਜਾਉਣ, ਫਿਰ ਵਿਆਹ ਤੇ ਕਿਸੇ ਨੇ ਸੱਦਾ ਪੱਤਰ ਨਹੀਂ ਭੇਜਣਾ, ਜਿੰਨੀਆਂ ਕੁ ਵੋਟਾਂ ਨੇ। ਨਹੀਂ ਗੱਲ ਠੀਕ ਹੈ, ਪਰ ਇਲੈਕਸ਼ਨ ਯਾਰ ਲੀਡਰਾਂ ਲਈ ਵਿਆਹ ਹੀ ਹੁੰਦਾ, ਕੀ ਕਰਦੇ ਆ WhatsApp ਪ੍ਰਬੰਧ ਕਿਤੇ ਥੋੜਾ ਨਾ ਦੇਖੋ, ਉਹੀ ਟੈਂਟ ਵਿਆਹ 'ਚ ਲੱਗਦਾ, ਉਹੀ ਇਲੈਕਸ਼ਨ ਦੇ ਲੱਗਦਾ, ਉਹੀ ਲਾਲ ਕੁਰਸੀ ਤੁਸੀਂ ਕਿਤੇ ਵਿਆਹ ਵਾਲੇ ਘਰ ਵੇਖੀ ਹੋਊਗੀ, ਉਹੀ ਉੱਥੇ ਪਈ ਹੁੰਦੀ ਹੈ, ਉਹੀ ਸਮੋਸੇ, ਉਹੀ ਵੈਸ਼ਨੂੰ ਕਰਨਾ ਮੈਂ ਕਿ ਦੂਜਾ ਵੀ ਰੱਖੀ ਕੰਮ। ਉਹ ਤੁਸੀਂ ਲੀਡਰਾਂ ਨੇ ਆਉਣਾ, ਤੁਹਾਡੇ ਮੁਤਾਬਕ ਹੀ ਆਉਣਾ, ਡੇਟ ਤੁਹਾਨੂੰ ਪੁੱਛ ਕੇ ਰੱਖੀ, ਸਟੀਲ ਦਾ ਜੱਗ, ਸਟੀਲ ਦਾ ਗਲਾਸ, ਫਿਰ ਨਾਲ ਕੋਈ ਮਤਲਬ ਕੋਈ ਹੱਡੀ ਵੀ ਨਾਲ ਚੂਸ ਲਈ ਹੈ ਨਾ। ਪ੍ਰਬੰਧ ਦੇਖੋ, ਜੋ ਵਿਆਹ 'ਚ ਹੁੰਦਾ ਸਾਰਾ ਕੁਝ ਉੱਥੇ ਹੁੰਦਾ, ਪੈਸਾ ਧੇਲਾ ਵਿਆਹ ਤੇ ਵੀ ਖਰਚ ਜਾਂਦਾ, ਉੱਥੇ ਵੀ ਖਰਚਿਆ ਜਾਂਦਾ, ਪੈਸੇ ਦੀ ਸੁੱਟ ਵਿਆਹ ਤੇ ਵੀ ਹੁੰਦੀ ਹੈ, ਉਧਰ ਇਲੈਕਸ਼ਨ 'ਚ ਵੀ ਪੈਸਾ ਸੁੱਟਿਆ ਹੀ ਜਾਂਦਾ ਭਾਈ ਸਾਹਿਬ। ਦੇਖੋ ਇਹ ਸਾਰਾ ਕੁਝ ਐਂਡ ਮੌਕੇ ਤੇ ਉੱਪਰ ਦੇਖਣਾ, ਵਿਚੋਲੇ ਨੂੰ ਪੁੱਛ ਲਓ ਵੀ ਕੋਈ ਨਾਰਾਜ਼ਗੀ ਤੇ ਨਹੀਂ। ਉਹ ਜਿਹੜੇ ਨਾਰਾਜ਼ਗੀ ਵਾਲੇ ਹੁੰਦੇ ਨਾ ਵੋਟਰ, ਉਹਨਾਂ ਨੂੰ ਫਿਰ ਬੂਹਾ ਖੜਕਾ ਕੇ ਹਾਂ ਫਲਾਨਾ ਸਿਆ ਫਿਰ ਰੱਖੀ ਥੋੜਾ ਜਿਹਾ ਖਿਆਲ, ਕੋਈ ਗੱਲ ਨਹੀਂ, ਆਹ ਫੜ ਤੂੰ ਰੱਖ ਆਪਣੇ ਕੋਲ, ਸਾਰਾ ਕੁਝ ਤੇ ਉਦਾਂ ਹੀ ਹੈ। ਮਿਲਣੀ ਉੱਥੇ ਵੀ ਹੁੰਦੀ ਆ, ਵਿਆਹ ਦੇ ਵਿੱਚ ਵੀ ਤੇ ਇੱਥੇ ਵੀ। ਕਹਿੰਦੇ ਯਾਰ ਜੇ ਕੋਈ ਹੋਰ ਗੁੱਸਿਆ ਤੇ ਚਲੋ ਉਹਦੇ ਘਰੇ ਚੱਲਦੇ ਆ, ਜਾ ਕੇ ਉਹਨੂੰ ਆਪਾਂ ਪਾਰਟੀ ਦਾ ਭਰਨਾ ਉਹਦੇ ਗਲ ਦੇ ਵਿੱਚ ਪਾਉਂਦੇ ਆ ਕਿ ਭਾਈ ਇਹ ਬੰਦਾ ਬਹੁਤ ਹੀ ਸਤਿਕਾਰਯੋਗ ਆ, ਇੰਨਾ ਸਤਿਕਾਰਯੋਗ ਹੈ, ਉਹ ਤਾਂ ਪਤਾ ਨਹੀਂ ਸਾਡੇ ਕੀ ਗਿਲੇ ਸ਼ਿਕਵੇ ਸੀ, ਅਸੀਂ ਹੁਣ ਸਾਰੇ ਗਿਲੇ ਸ਼ਿਕਵੇ ਭਰਾ ਕੇ ਆ ਦੋਨੇ ਭਰਾ ਇਕੱਠੇ ਖੜੇ ਆ। ਮਤਲਬ ਇਹ ਤਾਜ਼ੀ ਤਤੀ ਉਦਾਹਰਨ ਆਪਣੇ ਪੰਜਾਬ 'ਚ ਹੁਣੇ ਵਾਪਰ ਕੇ ਹਟੀ ਆ ਵੀ ਜਿਹੜੇ ਰਿਸ਼ਤੇਦਾਰ ਵਿਆਹ ਤੋਂ ਪਹਿਲਾਂ ਆਉਂਦੇ ਹੁੰਦੇ ਵੀ ਮੈਂ ਤੇ ਜਾਣਾ ਹੀ ਨਹੀਂ, ਮੈਂ ਮਰ ਜੂ ਭਾਵੇਂ, ਮੈਂ ਨਹੀਂ ਉਹਨਾਂ ਦੇ ਵਿਆਹ ਤੇ ਜਾਣਾ, ਫਿਰ ਜਦੋਂ ਉਸੇ ਵਿਆਹ ਦੇ ਵਿੱਚ ਅੱਗੇ ਹੋ ਕੇ ਫਿਰਦੇ ਹੁੰਦੇ, ਜੇ ਕੋਈ ਪੁੱਛ ਲੈ ਤੁਸੀਂ ਤੇ ਕਹਿੰਦੇ ਆਉਣਾ ਨਹੀਂ, ਫਿਰ ਹੁਣ ਆਪਣੇ ਥੋੜਾ ਛੱਡੇ ਜਾਂਦੇ। ਇਹ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਪਲਟੀ ਵੱਜੀ ਸੀ। ਪਲਟੀ ਜਦੋਂ ਪਹਿਲਾਂ ਪਲਟੀ ਵੱਜੀ ਸੀ ਉਦੋਂ ਕਹਿੰਦੇ ਯਾਰ ਮੰਨਦੇ ਨਹੀਂ, ਸਾਡੀ ਤਾਂ ਗੱਲ ਨਹੀਂ ਸੁਣਦੇ, ਆਪਣੀ ਕਰਦੇ ਆ, ਹੁਣ ਅਸੀਂ ਆਪਣੀ ਕਰਿਆ ਕਰਨੀ ਆ। ਉਹ ਕਹਿੰਦੇ ਹੁਣ ਕੋਈ ਗੱਲ ਨਹੀਂ, ਵੱਡੇ ਤਾਂ ਵੱਡੇ ਹੁੰਦੇ ਆ, ਉਹਨਾਂ ਦੀ ਗੱਲ ਦੇ ਵਿੱਚ ਕੁਛ ਨਾ ਕੁਛ ਤਾਂ ਠੀਕ ਹੁੰਦਾ ਹੀ ਆ। ਹਾਂ, ਮਤਲਬ ਸੋ ਜਿੱਦਾਂ ਵਿਆਹ ਦੇ ਫੁੱਫੜ ਮਨਾਏ ਜਾਂਦੇ ਨੇ, ਇਸ ਤਰ੍ਹਾਂ ਇਲੈਕਸ਼ਨ 'ਚ ਵੀ ਮਨਾਏ ਜਾਣਗੇ ਜਾਂ ਮਨਾਏ ਜਾਂਦੇ ਨੇ। ਪਰ ਚਲੋ ਇਹ ਜੋ ਕੁਛ ਵੀ ਇਹਦੇ WhatsApp ਇੱਕ ਚੀਜ਼ ਥੋੜੀ ਜਿਹੀ ਅਖੜਦੀ ਹੈ, ਅਖੜਦੀ ਪਤਾ ਨਹੀਂ ਹੁਣ ਉਹ ਠੀਕ ਹੋਵੇ ਮਾੜੀ ਹੋਵੇ, ਆਪਾਂ ਡਿਸਕਸ ਕਰ ਲੈਂਦੇ ਹਾਂ। ਉਹ ਆ ਵੀ ਜੋਗੀ ਸਾਹਿਬ ਜਿਸ ਤਰ੍ਹਾਂ ਦੇ ਮੁੱਖ ਮੰਤਰੀ ਨੇ, ਐਂਡ ਜਿਸ ਹਿਸਾਬ ਨਾਲ ਉਹ ਬੰਦਾ ਕਹਿੰਦਾ ਵੀ ਬਸ ਮੈਂ ਨਾ ਮੰਨੂ, ਜੇ ਕੋਈ ਬੰਦਾ ਆ ਕੇ ਵੀ ਮੈਨੂੰ ਫਲਾਨੀ ਸਹੂਲਤ ਨਹੀਂ ਮਿਲੀ, ਚੱਕ ਕੇ ਅੰਦਰ ਕਰ ਦਿਓ, ਕਹਿੰਦਾ ਫਲਾਨੀ ਥਾਂ ਦੇ ਉੱਪਰ ਜੀ ਆ ਫਲਾਨੀ ਥਾਂ ਚੀਜ਼ ਦੇ ਉੱਪਰ ਸਰਕਾਰ ਦੇ ਖਿਲਾਫ ਬੋਲਿਆ, ਓਕੇ ਕਰੋ ਪਰਚਾ ਫਿਰ ਇਹਦੇ 'ਤੇ। ਹੁਣ ਜਿਹੜੀ ਚਰਚਾ ਇਹ ਚੱਲਦੀ ਸੀ ਵੀ ਸ਼ਾਇਦ ਜੋਗੀ ਸਾਹਿਬ ਦੇ ਸਪੋਰਟ ਦੇ ਉੱਪਰ RSS ਹੈ, ਜਿੱਦਾਂ ਹੁਣ RSS ਨੇ ਆਪਣਾ ਸੈਂਟਰ ਵੀ ਲਖਨਊ 'ਚ ਲੈ ਜਾਣਾ, ਤੇ ਦੂਸਰੇ ਪਾਸੇ ਮੋਦੀ ਸਾਹਿਬ ਜਾਂ ਮੋਦੀ ਸਾਹਿਬ ਦੀ ਟੀਮ ਜਿਹੜੀ BJP ਨੂੰ ਰਨ ਕਰਦੀ, ਜਿਹੜੀ ਕਹਿੰਦੇ ਵੀ ਆਪਾਂ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਨੀ, ਉਹਨਾਂ ਦੀ ਪਿਛਲੇ ਦਿਨ ਵਾਲੀ ਟਸਲ ਦਾ ਉੱਭਰਨਾ, ਅਚਾਨਕ ਫਿਰ ਉਹਦਾ ਬਹਿ ਜਾਣਾ, ਉਹਨੂੰ ਮੰਨ ਲਿਆ ਜਾਵੇ ਵੀ ਉਹ ਬਹਿ ਗਈ ਹੈ ਟਸਲ। ਹੁਣ ਉਹ ਅੰਦਰ ਖਾਤੇ ਇਲੈਕਸ਼ਨਾਂ ਦੇ ਵਿੱਚ ਜਦੋਂ ਕੱਲ੍ਹ ਨੂੰ ਟਕੈਤ ਹੋਏ ਜਾਂ ਮਮਤਾ ਬੈਨਰਜੀ ਜਾਊਗੀ ਤੇ ਕੋਈ ਕਿਸੇ ਨੂੰ ਹਨੇਰੇ ਸਵੇਰੇ ਫੋਨ ਨਹੀਂ ਕਰੂਗਾ, ਕੋਈ ਕਿਸੇ ਨੂੰ ਮਿਲੂਗਾ ਨਹੀਂ, ਇਹ ਮੰਨੀ ਨਹੀਂ ਜਾਂਦੀ। ਦੇਖੋ ਇੱਕ ਨਾ ਦੋ ਵੱਖੋ ਵੱਖਰੇ ਫੈਕਟਰ ਨੇ, ਇੱਕ ਜਿਹੜਾ ਤੁਸੀਂ ਸਾਂਝਾ ਕੀਤਾ
ਕਿ ਆਪਸ ਵਿੱਚ ਰੌਲਾ ਪੈਂਦਾ ਕਿ ਆਰਐਸਐਸ ਖਰੇ ਉਹਨਾਂ ਦੀ ਪਿੱਠ ਤੇ ਆ ਗਈ ਹੈ, ਆਰਐਸਐਸ ਪਿੱਠ ਤੇ ਆ ਗਈ ਆ ਤਾਂ ਹੁਣ ਜਿਸ ਤਰੀਕੇ ਮੋਦੀ ਸਾਹਿਬ ਦੀਆਂ ਫੋਟੋ ਘੱਟ ਤੇ ਯੋਗੀ ਸਾਹਿਬ ਦੀਆਂ ਫੋਟੋ ਵੱਧ ਲੱਗਣ ਲੱਗ ਪਈਆਂ, ਇਦਾਂ ਵੀ ਇੱਕ ਚਰਚਾ ਚੱਲਦੀ ਆ ਤੇ ਉਸ ਚਰਚਾ ਦੇ ਵਿੱਚ ਦਮ ਆ, ਕਾਫੀ ਦਮ ਆ। ਦੂਜੀ ਗੱਲ ਇਹ ਵੀ ਹੈ ਕਿ ਵੀ ਜੇ ਇਧਰੋਂ ਮਮਤਾ ਬੈਨਰਜੀ ਨੂੰ ਆਂਦੇ ਵੀ ਨੈਸ਼ਨਲ ਲੈਵਲ ਤੇ ਪ੍ਰਧਾਨ ਮੰਤਰੀ ਦੀ ਕੁਰਸੀ, ਤੇ ਸ਼ਾਇਦ ਆਰਐਸਐਸ ਇਹ ਵੀ ਸੋਚ ਰਹੀ ਵੀ ਜੋਗੀ ਸਾਹਿਬ ਵੀ ਪ੍ਰਧਾਨ ਮੰਤਰੀ ਹੋ ਸਕਦੇ। ਉਹਨਾਂ ਕਿਉਂਕਿ ਇੱਕ ਚਰਚਾ ਇਹ ਆ ਨਾ ਕਿ ਮੋਦੀ ਸਾਹਿਬ ਸ਼ਾਇਦ ਆਰਐਸਐਸ ਦੀ ਪੂਰੀ ਮੰਨਦੇ ਨਹੀਂ, ਇਸ ਕਰਕੇ ਉਹ ਯੋਗੀ ਸਾਹਿਬ ਨੂੰ ਉਭਾਰਨਾ ਚਾਹੁੰਦੇ ਆ ਤੇ ਯੂਪੀ ਦੇ ਵਿੱਚੋਂ ਮੋਦੀ ਸਾਹਿਬ ਨੂੰ ਪਰਾਂ ਰੱਖਿਆ ਜਾਊਗਾ ਤੇ ਯੋਗੀ ਦੇ ਨਾਂ ਤੇ ਲੜੀਆਂ ਜਾਣਗੀਆਂ। ਮੈਨੂੰ ਇਹਦੇ ਵਿੱਚ ਇੱਕ ਦੂਸਰਾ ਪੱਖ ਲੱਗਦਾ ਜਿਹੜਾ ਥੋੜਾ ਜਿਹਾ ਹਿਡਨ ਹੈ, ਜਿਹੜਾ ਹਨੇਰੇ 'ਚ ਹੈ, ਉਹ ਇਹ ਹੈ ਕਿ ਆਉਣ ਵਾਲੇ ਸਮੇਂ 'ਚ 3 ਸੂਬਿਆਂ 'ਚ ਇਕੱਠੀਆਂ ਚੋਣਾਂ ਹੋਣੀਆਂ। ਉਹਦੇ ਵਿੱਚ ਪੰਜਾਬ ਵੀ ਹੈ, ਉੱਤਰਾਖੰਡ ਵੀ ਹੈ ਤੇ ਯੂਪੀ ਵੀ ਹੈ। ਭਾਰਤੀ ਜਨਤਾ ਪਾਰਟੀ ਦੇ ਲਈ, ਖਾਸ ਤੌਰ ਤੇ ਮੋਦੀ ਸਾਹਿਬ ਦੇ ਲਈ ਇਹ ਬਹੁਤ ਸਿਰ ਧੜ ਦੀ ਬਾਜੀ ਯਾਰ ਕੀ ਗੱਲ ਹੋਣੀ ਹੈ ਕਿ ਯੂਪੀ ਦੇ ਵਿੱਚ ਅੱਜ ਤੱਕ ਕਦੇ ਭਾਜਪਾ ਨੂੰ ਐਡਾ ਵੱਡਾ ਬਹੁਮਤ ਨਹੀਂ ਸੀ ਮਿਲਿਆ ਜਿੰਨਾ ਵੱਡਾ ਐਤਕੀ ਦੀਆਂ ਵਿਧਾਨ ਸਭਾ ਚੋਣਾਂ 'ਚ ਮਿਲਿਆ। ਉਹਨੂੰ ਬਰਕਰਾਰ ਕਿੱਦਾਂ ਰੱਖਣਾ? ਉੱਤਰਾਖੰਡ ਦੇ ਵਿੱਚ ਵੀ ਆਪਣੀ ਸਰਕਾਰ ਹੈ, ਸੀਟਾਂ ਵੀ ਕਾਫੀ ਨੇ, ਉਹਨੂੰ ਬਰਕਰਾਰ ਕਿੱਦਾਂ ਰੱਖਣਾ? ਤੇ ਪੰਜਾਬ ਦੇ ਵਿੱਚ ਜਿਹੜੀਆਂ 2 ਸੀਟਾਂ ਹੈਗੀਆਂ ਉਹਨਾਂ ਨੂੰ ਬਰਕਰਾਰ ਕਿੱਦਾਂ ਰੱਖਣਾ? ਇੱਕ ਗੱਲ ਬੜੀ ਕਲੀਅਰ ਹੈ ਕਿ ਭਾਵੇਂ ਭਾਜਪਾ ਦੀ ਯੂਪੀ 'ਚ ਦੁਬਾਰਾ ਸਰਕਾਰ ਬਣ ਜਾਏ, ਜੇ ਵਿਰੋਧੀ ਖਿੰਡੇ ਰਹੇ, ਪਰ ਸੀਟਾਂ ਪਹਿਲਾਂ ਜਿੰਨੀਆਂ ਨਹੀਂ ਆਉਣੀਆਂ, ਵੋਟਾਂ ਘਟਣੀਆਂ, ਲੋਕਪ੍ਰਿਯਤਾ ਦੇ ਵਿੱਚ ਕਮੀ ਆਈ ਹੈ। ਜੇ ਮੋਦੀ ਸਾਹਿਬ ਦਾ, ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡੀ ਪਲੈਨਿੰਗ ਵੀ ਹੋ ਸਕਦੀ ਹੈ ਕਿ ਹੁਣ ਮੋਦੀ ਸਾਹਿਬ ਜੇ ਬੰਗਾਲ 'ਚ ਹਾਰ ਕੇ ਆਏ ਆ, ਮੋਦੀ ਸਾਹਿਬ ਜੇ ਕੇਰਲਾ 'ਚ ਹਾਰ ਕੇ ਆਏ ਆ, ਤੇ ਉਹਨਾਂ ਨੂੰ 2024 ਤੱਕ ਸੂਬਿਆਂ ਦੀ ਇਲੈਕਸ਼ਨ 'ਚ ਗਾਹ ਨਾ ਕਰੋ। ਜੇ ਬਾਰ-ਬਾਰ ਜਾਂਦੇ ਰਹੇ, ਸੀਟਾਂ ਵੋਟਾਂ ਘਟਦੀਆਂ ਨੇ, ਲੋਕਾਂ 'ਚ ਕ੍ਰਿਸ਼ਮਾ ਘਟ ਜਾਊਗਾ। ਇਸ ਕਰਕੇ ਉਹਨਾਂ ਨੂੰ ਹੋਊਗਾ ਤੁਸੀਂ ਪਿੱਛੇ ਰਹੋ। ਇੱਥੇ ਜੇ ਯੂਪੀ ਦੇ ਵਿੱਚ ਵੋਟਾਂ ਤਾਂ ਸੀਟਾਂ ਘਟਣੀਆਂ ਵੀ ਆ, ਸਰਕਾਰ ਸ਼ਾਇਦ ਬਣ ਵੀ ਜਾਵੇ, ਤਾਂ ਵੀ ਪੱਤਰਕਾਰਾਂ ਨੇ ਮੁੜ ਕੇ ਅੰਕੜੇ ਕੱਢ ਕੇ ਪਿਛਲੇ ਇੰਨੇ % ਸੀ ਐਤਕੀ ਘਟ ਗਈਆਂ, ਪਿਛਲੀ ਵਾਰੀ ਇੰਨੀਆਂ ਸੀਟਾਂ ਸੀ ਐਤਕੀ ਘਟ ਗਈਆਂ। ਇਸ ਕਰਕੇ ਜੇ ਜਿੱਤ ਵੀ ਗਿਆ ਤਾਂ ਵੀ ਘਾਟਾ ਪੈਣਾ, ਹਾਰ ਗਿਆ ਬਹੁਤਾ ਘਾਟਾ ਪੈਣਾ। ਮੋਦੀ ਸਾਹਿਬ ਤੁਸੀਂ ਪਿੱਛੇ ਰਹੋ। ਉੱਤਰਾਖੰਡ ਦੇ ਵਿੱਚ ਇਦਾਂ ਹੀ ਹੋਣੀ ਹੈ। ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਕਿ ਪੈਰ ਲੱਗਣ ਦੀ ਕੋਈ ਸੰਭਾਵਨਾ ਨਹੀਂ। ਇੱਕ ਪੱਖ ਤਾਂ ਇਹ ਹੈ ਕਿ ਯੋਗੀ ਸਾਹਿਬ ਨੂੰ ਉਭਾਰਿਆ ਜਾ ਰਿਹਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੋਦੀ ਸਾਹਿਬ ਨੂੰ 2024 ਦੇ ਲਈ ਰੱਖਿਆ ਜਾ ਰਿਹਾ ਕਿ 3 ਸੂਬਿਆਂ ਦੇ ਵਿੱਚ ਪਿਛਲੀ ਵਾਰ ਦੇ ਨਾਲੋਂ ਇੱਕ ਵੀ ਸੂਬੇ 'ਚ ਚੰਗੇ ਪ੍ਰਦਰਸ਼ਨ ਦੀ ਆਸ ਨਹੀਂ। ਇਸ ਕਰਕੇ ਮੋਦੀ ਸਾਹਿਬ ਤੁਸੀਂ ਪਿੱਛੇ ਰਹੋ, ਘਾਟਾ ਪੈਂਦਾ ਤਾਂ ਇਹਨਾਂ ਨੂੰ ਪੈਣ ਦਿਓ। ਦੇਖੋ ਮਤਲਬ ਇਹ ਗੱਲਾਂ ਨੇ ਜੀ, ਅਸੀਂ ਆਪ ਜੀ ਦੀ ਕਚਹਿਰੀ 'ਚ ਤਾਂ ਰੱਖ ਦਈਦੀਆਂ ਵੀ ਤਾਂ ਜੋ ਤੁਹਾਨੂੰ ਇਹ ਪਤਾ ਲੱਗੇ ਕਿ ਤਸਵੀਰ ਜਿਹੜੀ ਹੈ, ਇੱਕ ਹੁੰਦੇ ਨੇ ਜਿਹੜੀ ਪਹਿਲਾਂ ਨੇ ਹੁੰਦੀ ਥੋੜੀ ਜਿਹੀ ਟੇਢੀ ਕਰੋ ਤੇ ਕੁਝ ਹੋਰ ਦੀ ਇਦਾਂ ਕਰੋ ਤੇ ਹੋਰ ਦੀ ਮਤਲਬ ਇਹ ਯੂਪੀ ਵਾਲੀ ਜਿਹੜੀ ਤਸਵੀਰ ਹੈ ਉਹ ਇਸ ਤਰ੍ਹਾਂ ਦੀ ਜਿਹਦੇ 'ਚ 2 ਚਿਹਰੇ ਨੇ, ਇੱਕ ਜੋਗੀ ਸਾਹਿਬ ਦਾ ਚਿਹਰਾ, ਇੱਕ ਮੋਦੀ ਸਾਹਿਬ ਦਾ ਚਿਹਰਾ। ਹੁਣ ਉਹਨਾਂ 'ਚੋਂ ਗਾਂ 24 ਦੇ ਹਿਸਾਬ ਨਾਲ ਆਰਐਸਐਸ ਕਿਹਨੂੰ ਲੈ ਕੇ ਆਉਂਦੀ ਹੈ ਤਾਂ ਦੱਸੂਗਾ ਟਾਈਮ। ਪਰ ਕੁੱਲ ਮਿਲਾ ਕੇ ਜੇ ਆਪਾਂ ਇਹ ਕਹਿ ਦਈਏ ਵੀ ਯੂਪੀ ਵਾਲੀ ਖੇਡ ਪਹਿਲਾਂ ਵਾਂਗੂ ਬੜੀ ਸਮੂਥ ਤੇ ਬੜੀ ਸੌਖੀ ਆ, ਉਹ ਲੱਗਦੀ ਨਹੀਂ। ਪਰ ਇਹ ਸਾਰੇ ਕੁਝ 'ਚ ਇੱਕ ਬਹੁਤ ਵੱਡਾ ਮੁੱਦਾ, ਜਦੋਂ ਪਿਛਲੀਆਂ ਇਲੈਕਸ਼ਨਾਂ ਸੀ ਯੂਪੀ ਦੀਆਂ, ਉਦੋਂ ਬੀਜੇਪੀ ਨੇ ਇਸ ਚੀਜ਼ ਦੇ ਉੱਪਰ ਲੜੀਆਂ ਸੀ ਵੀ ਆਪਾਂ ਰਾਮ ਮੰਦਿਰ ਬਣਾਉਣਾ। ਹੁਣ ਜਦੋਂ ਇਲੈਕਸ਼ਨਾਂ ਆਉਣੀਆਂ ਨੇ ਉਦੋਂ ਰਾਮ ਮੰਦਿਰ ਜਾਂ ਤਾਂ ਬਣ ਗਿਆ ਹੋਣਾ ਜਾਂ ਬਣਨ ਦੇ ਲਾਗੇ ਹੋਣਾ। ਸੋ ਉਹ ਇੱਕ ਵੱਡਾ ਫੈਕਟਰ ਹੈ ਵੀ ਪਤਾ ਨਹੀਂ ਅੱਜ ਤੇ ਆਪਾਂ ਨੂੰ ਕਿਸਾਨ ਜਾਂ ਕੁਝ ਹੋਰ ਲੋਕਲ ਮੁੱਦੇ ਉੱਥੋਂ ਦੇ ਜਾਪਦੇ, ਹੁਣ ਕਰੋਨਾ ਵੀ ਹੋ ਸਕਦਾ, ਪਰ ਉਦੋਂ ਤੱਕ 2022 ਤੱਕ ਰਾਮ ਮੰਦਿਰ ਜਾਂ ਉਹਦੀ ਉਸਾਰੀ ਕਾਫੀ ਹੱਦ ਤੱਕ ਹੋ ਗਈ ਹੋਵੇ, ਕੋਈ ਪਹਿਲਾ ਫੇਜ਼ ਦੂਜਾ ਫੇਜ਼ ਖੋਲ੍ਹ ਵੀ ਦਿੱਤਾ ਜਾਵੇ, ਜਿਸ ਹਿਸਾਬ ਨਾਲ ਕਹਿੰਦੇ ਕਿ ਉੱਥੇ ਕੰਮ ਚੱਲ ਰਿਹਾ, ਤੇ ਫਿਰ ਇਸੇ ਚੀਜ਼ ਦੇ ਉੱਪਰ ਹੋਵੇ ਕਿ ਜਿਹੜੀ ਚੀਜ਼ ਅਸੀਂ ਕਹੀ ਸੀ ਉਹ ਅਸੀਂ ਤੁਹਾਨੂੰ ਕਰਕੇ ਦਿਖਾਤੀ, ਤੇ ਇੱਕ ਧਰੁਵੀਕਰਨ ਵੀ ਹੋ ਸਕਦਾ। ਇਹ ਗੱਲ ਤੁਹਾਡੀ ਸੰਧਾਲੀਆ ਸਭ ਠੀਕ ਹੈ ਕਿ ਜੇ ਚਾਰੇ ਸਿਰੇ ਗੱਲ ਨਾ ਬਣੀ ਤਾਂ ਫਿਰ ਇੱਧਰ ਨੂੰ ਤੁਰਿਆ ਜਾਊਗਾ। ਪਰ ਮੈਨੂੰ ਫਿਰ ਇੱਕ ਹੋਰ ਗੱਲ ਲੱਗਦੀ ਹੈ, ਮੈਨੂੰ ਲੱਗਦਾ ਕਿ ਰਾਮ ਮੰਦਿਰ ਦੇ ਮੁੱਦੇ ਨੂੰ ਉਭਾਰਨਗੇ ਜ਼ਰੂਰ, ਪਰ ਇੰਨੀ ਵੱਡੀ ਪੱਧਰ ਤੇ ਇਹਨੂੰ ਉਭਾਰਨਗੇ ਕਿਉਂਕਿ ਉਹ ਐਤਕੀ ਤਾਂ ਪੂਰਾ ਨਹੀਂ ਹੋਣਾ, ਪਰ 2024 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਉਹਦਾ ਬਹੁਤ ਵੱਡਾ ਹਿੱਸਾ ਪੂਰਾ ਹੋ ਜਾਊਗਾ। ਕਿਉਂਕਿ ਜੇ ਹੁਣੇ ਉਹ ਮੁੱਦਾ ਉੱਭਰਿਆ ਆ, ਕਿਉਂਕਿ ਇੱਕ ਵਾਰੀ ਇੱਕ ਯੂਟਿਲਿਟੀ ਮੈਥਡ ਹੁੰਦਾ ਇਕਨੋਮਿਕਸ ਦੇ ਵਿੱਚ ਹੁੰਦਾ, ਵੈਸੇ ਉਹਦਾ ਇੱਧਰਲੇ ਪਾਸੇ ਸੰਬੰਧ ਕੋਈ ਨਹੀਂ, ਕਿ ਜਦੋਂ ਬੰਦਾ ਪਹਿਲੀ ਰੋਟੀ ਖਾਂਦਾ ਬਹੁਤ ਸਵਾਦ ਲੱਗਦੀ ਹੈ, ਭੁੱਖ ਲੱਗੀ ਹੁੰਦੀ ਹੈ, ਦੂਜੀ ਵਾਰੀ ਭੁੱਖ ਥੋੜੀ ਜਿਹੀ ਘਟ ਜਾਂਦੀ ਹੈ, ਤੀਸਰੀ ਵਾਰੀ ਘਟ ਜਾਂਦੀ ਹੈ, ਤੁਸ਼ਟੀ ਗੁਣ ਦਾ ਸਿਧਾਂਤ ਕਹਿੰਦੇ ਉਹਨੂੰ ਪੰਜਾਬੀ ਦੇ ਵਿੱਚ। ਇਸ ਕਰਕੇ ਉਹ ਪਹਿਲੀ ਰੋਟੀ ਵਾਲਾ ਸਵਾਦ ਮੈਨੂੰ ਲੱਗਦਾ ਕਿ ਲੋਕ ਸਭਾ ਦੀ ਚੋਣ ਤੱਕ ਹੋ ਸਕਦਾ ਕਿ ਘੁੱਟ ਕੇ ਰੱਖਣ ਕਿ ਸੂਬੇ ਕੀ ਆਉਂਦੇ ਜਾਂਦੇ ਰਹਿੰਦੇ ਆ, ਕੇਂਦਰ ਨਹੀਂ ਜਾਣੀ ਚਾਹੀਦੀ। ਬਾਟ ਸਾਹਿਬ ਮੈਂ ਥੋੜਾ ਜਿਹਾ ਸਹਿਮਤ ਨਹੀਂ ਤੁਹਾਡੇ ਨਾਲ। ਕੋਈ ਨਹੀਂ, ਇੱਥੇ ਰੋਟੀ ਤੇ ਖਵਾਣੀ ਨਹੀਂ ਵੀਰ ਜੀ, ਇੱਥੇ ਸਿਰਫ ਜਿਹੜਾ ਰਿੱਝਦਾ ਪਿਆ ਨਾ ਉਹਦੇ ਚਮਚਾ ਭਰ ਕੇ ਦੇਣਾ ਵੀ ਨਮਕ ਦੇਖੋ ਠੀਕ ਹੈ ਭਲਾ, ਇਹ ਉਹਨਾਂ ਕੀ ਹੈ ਵੀ ਬੰਦਾ ਫੇਰ ਵੇਟਦਾ ਰਹੇ ਤੇਰਾ ਭਲਾ ਹੋਏ ਗੁਰੂ, ਪਤੀਲੇ 'ਚ ਪਤਾ ਨਹੀਂ ਕੀ ਆ। ਚਲੋ ਆਪਾਂ ਪੰਜਾਬ ਵਾਲੇ ਪਾਸੇ ਵੀ ਆ ਜਾਈਏ ਹੁਣ। ਚਲੋ ਯੂਪੀ ਦੇ ਨਾਲ ਚੋਣਾਂ ਉੱਤਰਾਖੰਡ 'ਚ ਵੀ ਆ, ਪੰਜਾਬ 'ਚ ਵੀ ਆ। ਹੁਣ ਪੰਜਾਬ ਵਾਲੀਆਂ ਚੋਣਾਂ ਦੇ ਹਿਸਾਬ ਨਾਲ ਆ ਪਿਛਲੇ ਦਿਨੀ ਜੋ 3 ਮੈਂਬਰੀ ਕਮੇਟੀ ਵੱਡੇ ਸੀਨੀਅਰ ਆਗੂ ਕਾਂਗਰਸ ਪਾਰਟੀ ਦੇ ਬੈਠੇ ਸੀ, ਕਹਿੰਦੇ ਆ ਵੀ ਉਹਨਾਂ ਨੇ ਹੁਣ ਫਾਈਲ ਸਾਰੀ ਕੰਪਲੀਟ ਕਰ ਲਈ ਹੈ, ਆਖਰੀ ਕਾਗਜ਼ ਤੱਕ ਤਿੰਨਾਂ ਨੇ 3 ਵਾਰੀ ਪੜ੍ਹ ਕੇ ਦਸਤਖਤ ਕਰਕੇ ਤੇ ਜਿਹੜੀ ਉਹ ਰਿਪੋਰਟ ਹੈ ਉਹ ਅੱਜ ਦੇ ਦਿਨ, ਉਹ ਕੱਲ੍ਹ ਨੂੰ ਦੇ ਦੇਣ ਜਾਂ ਦੇ ਵੀ ਦਿੱਤੀ ਹੋਵੇ, ਕੁਛ ਪਤਾ ਨਹੀਂ ਲੱਗਦਾ, ਉਹ ਸੌਂਪ ਦੇਣੀ ਆ। ਤੇ ਉਹਦੇ ਤੋਂ ਬਾਅਦ ਜਾ ਕੇ ਗੱਲ ਕਲੀਅਰ ਹੋਣੀ ਆ ਵੀ ਕਿਹਨੂੰ ਕੀ ਮਿਲਿਆ, ਕਿਹਨੂੰ ਥੋੜ੍ਹਾ ਲਾਂਭੇ ਕੀਤਾ, ਕਿਹਨੂੰ ਮੁੱਖ ਧਾਰਾ 'ਚ ਲਿਆਂਦਾ, ਕਿਹਨੂੰ ਮੁੱਖ ਧਾਰਾ ਤੋਂ ਥੱਲੇ ਕਰ ਲਿਆ। ਉਹ ਸਾਰੇ ਕੁਛ ਦੀ ਚਰਚਾ ਹੈਗੀ ਹੈ, ਪਰ ਉਸ ਚਰਚਾ ਦੇ ਵਿੱਚ 2 ਚੀਜ਼ਾਂ ਜ਼ਰੂਰ ਨੇ। ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾਂ ਨੇ, ਇੱਕ ਤਾਂ ਇਹ ਵੀ ਕਿ ਜਿਹੜੀ 2 ਚੀਜ਼ਾ
ਪਤਾ ਨਹੀਂ ਹੁਣ ਕੋਈ ਗੱਲ ਤਾਂ ਸਾਹਮਣੇ ਆਈ ਹੋਊਗੀ ਜਿਹੜਾ ਕੈਪਟਨ ਵਿਰੋਧੀ ਧੜਾ ਉਧਰਲੇ ਪਾਸੇ ਚੁੱਪ ਹੈ ਤੇ ਕੈਪਟਨ ਸਾਹਿਬ ਵਾਲੇ ਧੜੇ ਦੇ ਵਿੱਚ ਉਹ ਬੰਦੇ ਵੀ ਜਾ ਕੇ ਮਿਲਣ ਲੱਗ ਪਏ ਜਿਹੜੇ ਪਿਛਲੇ ਦਿਨ ਹੀ ਕੈਪਟਨ ਸਾਹਿਬ ਦੇ ਵਿਰੋਧ 'ਚ ਬੋਲਦੇ ਰਿਹਾ, ਰਵਨੀਤ ਬਿੱਟੂ ਹੋਰੀਂ ਕਰਕੇ। ਦੇਖੋ ਸੰਧਾਲੀਆ ਸਾਹਿਬ, ਮੰਤਰੀ ਮੰਡਲ ਦੇ ਵਿੱਚ ਤਾਂ ਤਬਦੀਲੀ ਹੋਣੀ ਹੈ, 2-4 ਮੰਤਰੀ ਲਾਹੇ ਜਾਣਗੇ, 2-4 ਮੰਤਰੀ ਲਾਏ ਜਾਣਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਜਿਹੜੇ ਲਾਹੇ ਜਾਣਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਜਦੋਂ ਥਾਵਾਂ ਭਰਨੀਆਂ ਤੇ ਖਾਲੀ ਥਾਵਾਂ ਭਰਾਉਣ ਦੇ ਲਈ ਕਈ ਬੰਦੇ ਕਾਲੇ ਨੇ ਕਿ ਭਾਈ ਐਤਕੀ ਭਾਵੇਂ 4 ਮਹੀਨੇ ਬਣ ਜੇ, ਅਗਲੇ ਦੀ ਕੁਰਸੀ ਪੱਕੀ ਹੋ ਜੂ। ਜੇ ਐਤਕੀ ਨਹੀਂ ਬਣਦੇ ਤਾਂ ਅਗਲੀ ਵਾਰੀ ਦਾ ਵੀ ਕੋਈ ਪਤਾ ਨਹੀਂ, ਅਗਲੇ ਮੰਤਰੀ ਬਣਾਉਣ ਕਿ ਨਾ ਬਣਾਉਣ, ਜਦੋਂ ਵੀ ਕਦੇ ਕਾਂਗਰਸ ਦੀ ਸਰਕਾਰ ਬਣਦੀ ਹੈ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੜਾ ਤੇ ਵਿਰੋਧੀ ਧੜਾ, ਇੱਕ ਵੀ ਧੜੇ ਨੇ ਇਕੱਠੇ ਹੋ ਕੇ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ। ਚੰਨੀ ਸਾਹਿਬ ਬੋਲਦੇ ਹੋਣਗੇ, ਸਿੱਧੂ ਸਾਹਿਬ ਬੋਲਦੇ ਹੋਣਗੇ, ਪ੍ਰਗਟ ਸਿੰਘ ਬੋਲਦਾ ਹੋਊਗਾ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਬੋਲਦੇ ਹੋਣਗੇ, ਕੱਲੇ ਬੋਲਦੇ ਸੀ। ਜੇ ਕਹੀਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ 80 ਦੇ ਵਿੱਚੋਂ 15 ਬੰਦੇ, 25 ਬੰਦੇ, 35 ਬੰਦੇ ਜਾਂ 45 ਬੰਦੇ ਉਹਨਾਂ ਨੇ ਫਲੋਰ ਟੈਸਟ ਦੇਤਾ, ਲਓ ਜੀ ਅਸੀਂ ਕਹਿੰਦੇ ਕੈਪਟਨ ਸਾਹਿਬ ਨੂੰ ਲਾ ਕੇ ਦਿਖਾਓ, ਲਾਉਣਾ ਹੀ ਲਾਉਣਾ ਹੈ, ਅਸੀਂ ਨਹੀਂ ਉਹਨਾਂ ਦੇ ਨਾਲ ਰਹਿਣਾ, ਇਦਾਂ ਨਹੀਂ ਸੀ। ਜਾਂ ਕਹੀਏ ਕਿ 40 45 50 ਬੰਦੇ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹਾਂ, ਇਦਾਂ ਵੀ ਨਹੀਂ ਹੋਈ। ਬੰਦੇ ਕੱਲੇ ਬੋਲੇ ਆ, 4-5 ਤੋਂ ਵੱਧ ਬੰਦਿਆਂ ਵਾਲੀਆਂ ਮੀਟਿੰਗਾਂ ਨਹੀਂ ਹੋਈਆਂ, ਹਾਈ ਕਮਾਂਡ ਦੇ ਕੋਲੇ ਗਏ ਆ ਤੇ ਕੱਲੇ ਗਏ ਆ। ਤੇ ਜਦੋਂ ਕੋਈ ਵੀ ਫੈਸਲਾ ਆ ਗਿਆ, ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਤੋੜ-ਫੋੜ ਹੋਊਗੀ। ਕੈਪਟਨ ਸਾਹਿਬ ਦੀ ਕੁਰਸੀ ਕਾਇਮ ਰਹਿਣੀ ਆ, ਨਾਲ 2 ਬੰਦੇ ਹੋਰ ਉਹਨਾਂ ਦਾ ਭਾਰ ਚੁਕਾਉਣ ਨੂੰ ਲੱਗਦੇ ਆ ਕਿ ਨਹੀਂ ਲੱਗਦੇ, ਸਾਰਾ ਰੌਲਾ ਉਸੇ ਗੱਲ ਦਾ ਹੈ। ਹੋ ਸਕਦਾ ਜਾਖੜ ਸਾਹਿਬ ਨੂੰ ਕਹਿਣ ਕਿ ਜਾਖੜ ਸਾਹਿਬ ਤੁਸੀਂ ਪਹਿਲਾਂ ਵੀ ਮਾੜਾ ਮੋਟਾ ਕੁਰਸੀ ਕਰਸੀ ਛੱਡ ਦਿੰਦੇ ਹੁੰਦੇ ਹੋ, 2-3 ਵਾਰੀ ਤੁਸੀਂ ਅਸਤੀਫਾ ਵੀ ਦੇ ਦਿੱਤਾ, ਐਦਾਂ ਕਰੋ 5-7 ਮਹੀਨੇ ਦੇ ਲਈ ਛੱਡੋ ਪਰਾਂ, ਦੱਸੋ 5-7 ਟਿਕਟਾਂ ਕਿਹਨਾਂ ਨੂੰ ਦਵਾਉਣੀਆਂ, ਪ੍ਰਧਾਨਗੀ ਦੀ ਕੁਰਸੀ ਆਪਾਂ ਕਿਸੇ ਬੰਦੇ ਨੂੰ ਦੇਣੀ ਹੈ। ਇਦਾਂ ਦੀ ਸੰਭਾਵਨਾ ਹੋ ਸਕਦੀ ਹੈ, ਪਰ ਅਸਲ ਦੇ ਵਿੱਚ ਜਿਹੜਾ ਪਤਾ ਲੱਗਿਆ ਅੰਦਰ ਖਾਤਿਓਂ ਕਿ ਪੇਚ ਫਸਿਆ ਟਿਕਟਾਂ ਤੇ। ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਤੋਂ ਨੇ, ਕਾਂਗਰਸ ਪਾਰਟੀ ਦੇ ਵਿਧਾਇਕ ਨੇ, ਐਤਕੀ ਟੱਕਰ ਉਮੀਦ ਹੈ ਕਿ ਸੱਜਣ ਸਿੰਘ ਚੀਮਾ ਹੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਦੇਣਗੇ, ਕਿਉਂਕਿ ਉਹਨਾਂ ਨੇ ਦੁਬਾਰਾ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਤੇ ਅਰਜਨਾ ਅਵਾਰਡੀ ਵੀ ਨੇ, ਨਾਲ ਉਧਰਲੇ ਪਾਸੇ ਬੀਬੀ ਉਪਿੰਦਰਜੀਤ ਕੌਰ ਨੇ। ਪਹਿਲਾ ਹਲਕਾ ਵਿਧਾਨ ਸਭਾ ਦਾ ਜਿੱਥੇ ਇਹ ਬੋਰਡ ਲੱਗੇ ਨੇ ਕਿ ਸਾਡਾ ਸਾਂਝਾ ਨਾਰਾ ਕੈਪਟਨ ਦੁਬਾਰਾ, ਤੇ ਐਮਐਲਏ ਨਵਤੇਜ ਸਿੰਘ ਚੀਮਾ ਨੇ ਲਵਾਏ ਆ। ਇਹਦਾ ਮਤਲਬ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਉਧਰੋਂ ਹਰੀ ਝੰਡੀ ਮਿਲ ਗਈ ਆ ਕਿ ਭਾਈ ਚੱਕ ਦਿਓ ਫੱਟੇ, ਨਾਰੇ ਲਿਖ ਕੇ ਬੋਰਡਾਂ ਦੇ ਉੱਤੇ ਲੱਗਣੇ ਸ਼ੁਰੂ ਹੋ ਗਏ। ਜੇ ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ, ਜਸਵੀਰ ਸਿੰਘ ਡਿੰਪਾ, ਇਹ 3 MP ਜਾ ਕੇ ਮਿਲਦੇ ਆ ਤੇ ਤਿੰਨਾਂ ਦੇ ਵਿੱਚੋਂ 2 ਮਾਝੇ ਦੇ ਨੇ, ਤੇ ਉਹ ਮਾਝਾ ਜਿੱਥੋਂ ਦੇ ਬਹੁਤ ਸਾਰੇ ਮੰਤਰੀ ਵੀ ਕੈਪਟਨ ਸਾਹਿਬ ਦੇ ਖਿਲਾਫ ਭੁਗਤੇ ਤੇ ਬਹੁਤ ਸਾਰੇ ਵਿਧਾਇਕ ਵੀ ਕੈਪਟਨ ਸਾਹਿਬ ਦੇ ਖਿਲਾਫ ਭੁਗਤੇ, ਪਰ ਜੇ ਉੱਥੋਂ ਦੇ 2 MP ਕੈਪਟਨ ਸਾਹਿਬ ਦੇ ਫਾਰਮ ਹਾਊਸ ਦੇ ਵਿੱਚ ਜਾ ਕੇ ਮੁਲਾਕਾਤ ਕਰਕੇ ਆਉਂਦੇ ਆ ਤੇ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਕਰਦੇ ਆ, ਇਹਦਾ ਮਤਲਬ ਹੈ ਕਿ ਹੁਣ ਸਾਰੀ ਦੀ ਸਾਰੀ ਲੜਾਈ ਕਾਤੇ ਰਹਿ ਗਈ ਆ ਕਿ ਭਾਈ ਅਗਲੀਆਂ ਟਿਕਟਾਂ ਕਿਹੜੇ ਧੜੇ ਨੂੰ ਕਿੰਨੀਆਂ ਮਿਲਣੀਆਂ, ਤੇ ਉਹਨੂੰ ਹਾਈ ਕਮਾਂਡ ਨੇ ਤਾਕਤ ਕਿੰਨੀ ਕੁ ਦੇਣੀ ਆ ਕਿ ਭਾਈ ਪ੍ਰਚਾਰ ਕਮੇਟੀ ਦੇ ਵਿੱਚ ਬੰਦੇ ਤੇਰੇ ਕਿੰਨੇ ਹੋਣਗੇ। ਬਾਕੀ ਤਾਂ 5-7 ਮਹੀਨਿਆਂ ਦੀ ਖੇਡ ਹੈ, ਸਾਰਾ ਤਾਣਾ ਬਾਣਾ ਉੱਥੇ ਉਲਝਿਆ ਪਿਆ। ਹੁਣ ਇੱਥੇ ਗੱਲ ਨੋਟ ਕਰਨ ਵਾਲੀ ਆ, ਆਜੋ ਜਿਹੜੇ ਬੰਦੇ ਪਿਛਲੇ ਦਿਨਾਂ ਦੇ ਵਿੱਚ ਪੰਜਾਬੀਆਂ ਦੇ ਸਾਹਮਣੇ ਆ ਕੇ ਕਹਿੰਦੇ ਸੀ ਵੀ ਆਹ ਦੇਖੋ ਸਰਕਾਰ ਨੇ ਆਹ ਨਹੀਂ ਕੀਤਾ, ਆਹ ਦੇਖੋ ਸਰਕਾਰ ਨੇ ਉਹ ਨਹੀਂ ਕੀਤਾ, ਅਸੀਂ ਤਾਂ ਕਹਿੰਦੇ ਸੀ ਇਦਾਂ ਕਰ ਲਓ, ਇਹਨਾਂ ਨੇ ਕੀਤਾ ਨਹੀਂ, ਇਦਾਂ ਕਹਿਣ ਦਾ ਵਾਅਦਾ ਕੀਤਾ ਸੀ, ਇਦਾਂ ਹੋਇਆ ਹੀ ਨਹੀਂ। ਆਹ ਜੋ ਪਹਿਲਾਂ ਚੱਲਦਾ ਸੀ ਉਹੀ ਹੁਣ ਚੱਲੀ, ਇਹੋ ਹੀ ਕਿਹਾ ਲੋਕਾਂ ਨੂੰ ਥੋੜ੍ਹਾ ਜਿਹਾ ਇਦਾਂ ਲੱਗ ਵੀ ਗੱਲ ਹੈ ਤਾਂ ਇਦਾਂ ਹੀ। ਹੁਣ ਜੇ ਇੰਨੀਆਂ ਵੱਡੀਆਂ ਮੀਟਿੰਗਾਂ ਤੋਂ ਬਾਅਦ, ਇੰਨੇ ਲੋਕਾਂ ਨੂੰ ਮਿਲਣ ਤੋਂ ਬਾਅਦ ਅਖੀਰ ਅੰਦਰ ਬਹਿ ਕੇ ਮਤਲਬ ਖੀਰ ਵੰਡ ਲੈਣੀ ਸਾਰਿਆਂ ਨੇ ਵੀ ਕੜਛੀ ਇਹਨੂੰ ਵੱਧ ਪਾ ਦੇ, ਇਹਨੂੰ ਘੱਟ ਪਾ ਦੇ, ਇਹਨੂੰ ਚਮਚਾ ਵੱਧ ਪਾ ਦੇ, ਇਹਨੂੰ ਥੋੜ੍ਹੀਆਂ ਗਿਰੀਆਂ ਪਾ ਦੇ, ਇਹਨੂੰ ਕਿਸ਼ਮਿਸ਼ ਪਾ ਦੇ, ਤੇ ਫਿਰ ਜਿਹੜੇ ਲੋਕ ਪਿਛਲੇ ਦਿਨੀ ਵਿਚਾਰੇ ਦੇਖਦੇ ਹੀ ਸੀਗੇ ਵੀ ਸ਼ਾਇਦ ਕੋਈ ਬੰਦੇ ਜਾਗਣ, ਕੋਈ ਬੰਦੇ ਐਸੇ ਉੱਠਣ ਜਿਨ੍ਹਾਂ ਨੂੰ ਪੰਜਾਬ ਦਾ, ਪੰਜਾਬੀਆਂ ਦਾ ਜਾਂ ਸਾਡਾ ਫਿਕਰ ਹੋਵੇ, ਫਿਰ ਉਹਨਾਂ ਨਾਲ ਕੀ ਬਣੂ? ਇਹਦੇ ਤੋਂ ਪਹਿਲਾਂ ਕਿ ਉਹਨਾਂ ਨੂੰ ਚੇਤਾ ਆਵੇ ਕਿ ਲੀਡਰਾਂ ਨੇ ਕੀ ਕਿਹਾ ਸੀ, ਮੈਨੂੰ ਲੱਗਦਾ ਕਿ ਬਹੁਤ ਜਲਦੀ ਪੰਜਾਬ ਦੀ ਇੱਕ ਬਹੁਤ ਵੱਡੀ ਅਦਾਲਤ ਦੇ ਵਿੱਚ ਇੱਕ ਰਿਪੋਰਟ ਚਲੇ ਜਾਣੀ ਹੈ, ਕਿਉਂਕਿ ਇਹ ਸਾਡਾ ਖਾਸਾ ਨਾ ਕਿ ਕੋਈ ਨਵੀਂ ਚੀਜ਼ ਆ ਜਾਵੇ, ਅਸੀਂ ਬਹੁਤ ਉੱਪਰਲੇ ਪਾਸੇ ਨੂੰ ਜਾਂਦੇ ਹਾਂ। ਕਿਸਾਨਾਂ ਦਾ ਅੰਦੋਲਨ ਚੱਲਦਾ ਸੀ, ਕਿਸਾਨਾਂ ਦੇ ਅੰਦੋਲਨ ਦੇ ਉੱਪਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ, ਰਿਪੋਰਟ ਖਾਰਜ ਹੋ ਗਈ, ਉਹ ਆ ਗਈ ਸੀ। ਉਹਦੇ ਤੋਂ ਬਾਅਦ ਸੁਖਪਾਲ ਸਿੰਘ ਖਹਿਰੇ ਦਾ ਮਸਲਾ ਆ ਗਿਆ, ਵਿੱਚ ਹੀ ਇੱਕ ਪੰਜਾਬੀ ਕਲਾਕਾਰ ਦਾ ਮਸਲਾ ਆ ਗਿਆ ਸੀ। ਸਾਰਾ ਜਾਣੀ ਦੂਸਰੀਆਂ ਚੀਜ਼ਾਂ ਅਸੀਂ ਹੌਲੀ ਪਿਛਾਂਹ ਤੱਕਦੇ ਜਾਂਦੇ ਹਾਂ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਤਾ ਕਿ ਭਾਈ ਦੋਸ਼ ਲੱਗੇ ਆ, ਉਹਨਾਂ ਦੇ ਸਾਥੀਆਂ ਨੂੰ ਪਤਾ ਕਿ ਦੋਸ਼ ਲੱਗੇ ਆ, ਜੇ ਦੋਸ਼ ਲਾਉਣ ਵਾਲਿਆਂ ਦੇ ਹੱਕ 'ਚ ਕੁਝ ਨਾ ਹੋਇਆ ਜਾਂ ਅੰਦਰ ਖਾਤੇ ਸੈਟਿੰਗ ਕੋਈ ਨਾ ਹੋਈ, ਫਿਰ ਰੌਲਾ ਪਾਉਣਗੇ। ਮੈਨੂੰ ਇਹ ਲੱਗਦਾ ਕਿ ਜਿਹੜਾ ਕੋਟਕਪੁਰੇ ਵਾਲਾ ਮਸਲਾ ਸੀ, ਜਿਹਦੇ ਵਿੱਚ SIT ਰੱਦ ਕੀਤੀ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਵਾਲੀ, ਤੇ ਰਿਪੋਰਟ ਰੱਦ ਕੀਤੀ ਸੀ, ਨਵੀਂ SIT 60 ਬੰਦਿਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਹਦੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਵੀ ਨੇ, ਉਹਦੇ ਵਿੱਚ ਸਾਬਕਾ MLA ਵੀ ਨੇ, ਗਵਾਹਾਂ ਤੋਂ ਦੁਬਾਰਾ ਗਵਾਹੀਆਂ ਲੈ ਚੁੱਕੀ ਹੈ। ਮੈਨੂੰ ਲੱਗਦਾ ਕਿ ਵੱਧ ਤੋਂ ਵੱਧ 10-12 ਦਿਨਾਂ ਦੀ ਖੇਡ ਹੈ
10-12 ਦਿਨਾਂ ਦੇ ਵਿੱਚ ਕੋਈ ਨਾ ਕੋਈ ਰਿਪੋਰਟ ਜਿਹੜੀ ਹੈ ਉਹ ਹਾਈ ਕੋਰਟ ਅੱਪੜ ਜਾਣੀ ਹੈ ਤੇ ਉਹ ਰਿਪੋਰਟ ਤੋਂ ਬਾਅਦ ਸਾਰਾ ਤਾਣਾ ਬਾਣਾ ਹੀ ਦੂਜੇ ਪਾਸੇ ਨੂੰ ਹੋ ਜਾਊਗਾ, ਕਿਉਂਕਿ ਸਾਰਾ ਮਸਲਾ ਕਿੱਧਰ ਸੀ। ਮੈਂ ਨਹੀਂ ਕਹਿੰਦਾ ਇਨਸਾਫ ਮਿਲ ਜਾਣਾ, ਕੋਈ ਬੰਦਾ ਇਹ ਨਾ ਸੋਚੇ ਕਿ ਭਾਈ ਉਹ ਰਿਪੋਰਟ ਆ ਗਈ ਤਾਂ ਇਨਸਾਫ ਮਿਲ ਜਾਣਾ, ਨਾ, ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਸਾਰੇ ਬੰਦੇ ਕਹਿੰਦੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਲੋਕਾਂ ਦੇ ਨਾਲ, ਸੰਗਤ ਦੇ ਨਾਲ ਵਾਅਦਾ ਕੀਤਾ ਹੈ, ਵਾਅਦਾ ਪੂਰਾ ਕਰੋ ਭਾਈ। ਜੇ ਵਾਅਦਾ ਪੂਰਾ ਨਹੀਂ ਕਰਿਆ ਤਾਂ ਲੋਕਾਂ ਦੇ ਕੋਲੇ ਮੂੰਹ ਕੀ ਦਿਖਾਵਾਂਗੇ, ਲੋਕਾਂ ਦੇ ਕੋਲੇ ਵੋਟਾਂ ਕਿਵੇਂ ਮੰਗਾਂਗੇ। ਤੇ ਹੋ ਸਕਦਾ ਕਿ ਜਦੋਂ ਹਾਈ ਕਮਾਂਡ ਦੇ 3 ਮੈਂਬਰ ਕੈਪਟਨ ਸਾਹਿਬ ਬਾਕੀ ਤਾਂ ਠੀਕ ਹੈ, ਬਹੁਤੇ ਬੰਦੇ ਆ ਬੇਅਦਬੀ ਵਾਲੇ ਮੁੱਦੇ ਤੇ ਇਤਰਾਜ਼ ਕਰਦੇ ਆ ਕਿ ਫਲਾਣੇ ਨੂੰ ਬਚਾ ਲਿਆ, ਫਲਾਣੇ ਤੇ ਕਾਰਵਾਈ ਨਹੀਂ ਕੀਤੀ ਆ, ਕੀਤਾ ਕੀ। ਤੇ ਉਹ ਕਹਿੰਦੇ ਹੋਣੇ ਆ ਜੀ ਦਿਨ ਮੈਨੂੰ 15 ਦੇ ਦਿਓ, ਇਧਰਲੇ ਪਾਸੇ ਤੁਸੀਂ ਮਾੜਾ ਜਿਹਾ ਰਿਜ਼ਲਟ ਰੋਕ ਕੇ ਰੱਖਿਓ, ਉਧਰੋਂ ਰਿਪੋਰਟ ਮਾੜੀ ਜਿਹੀ ਹਾਈ ਕੋਰਟ ਜਾ ਲੈਣ ਦਿਓ, ਫੇਰ ਦੇਖਦੇ ਕੀ ਹੁੰਦਾ। ਇਹ ਗੱਲ ਠੀਕ ਹੈ ਬਿਲਕੁਲ। ਹੁਣ ਇਹ ਸਾਰੇ ਕੁਝ ਦੇ ਵਿੱਚ ਤੁਸੀਂ ਆਪ ਹੀ ਥੋੜੇ ਫਸ ਗਏ ਹੋ। ਨਹੀਂ, ਮੈਂ ਫਸਿਆ ਨਹੀਂ, ਮੈਨੂੰ ਪਤਾ ਜਵਾਬ ਮੈਂ ਕਿੱਦਾਂ ਦੇਣਾ। ਆ ਜਾਓ। ਨਹੀਂ, ਜਵਾਬ ਵਾਲੀ ਤਾਂ ਗੱਲ ਹੀ ਕੋਈ ਨਹੀਂ, ਤੁਹਾਡੇ ਵੱਲ ਤਾਂ ਮੈਨੂੰ ਲੱਗਦਾ ਜਵਾਬ ਹੀ ਆਉਣ। ਨਹੀਂ, ਮੇਰੇ ਵੱਲੋਂ ਕੋਈ ਜਵਾਬ ਨਹੀਂ। ਮੇਰਾ ਰੌਲਾ ਤੇ ਉਹੀ $5 ਵਾਲਾ। ਮੈਨੂੰ ਪਤਾ ਕਿ ਤੁਸੀਂ ਕਹਿਣਾ ਕਿ ਤੁਸੀਂ ਆਪ ਮੰਨਿਆ ਕਿ ਲੋਕ ਭੁੱਲ ਗਏ, ਲੀਡਰਾਂ ਨੂੰ ਲੱਗਦਾ ਕਿ ਲੋਕ ਭੁੱਲ ਗਏ। ਅੱਲਾ, ਫਿਰ ਹੁਣ ਬੰਦਾ ਦੂਜੇ ਬੰਨੇ ਹੋ ਗਿਆ ਨਾ। ਮੈਂ ਦੂਜੇ ਬੰਨੇ ਨਹੀਂ ਹੋਇਆ। ਉਹਨਾਂ ਨੂੰ ਲੱਗਦਾ ਉਹਨਾਂ ਨੇ 15 ਦਿਨ ਮੰਗੇ ਹੋਣਗੇ ਕਿ ਭਾਈ ਰਿਪੋਰਟ ਆ ਜਾਵੇ ਤੇ ਲੋਕ ਭੁੱਲ ਜਾਣਗੇ, ਪਰ ਲੋਕ ਤਾਂ 6 ਮਹੀਨਿਆਂ ਦੇ ਵਿੱਚ, ਜਦੋਂ ਕਰੋਨਾ ਵੀ ਸਿਖਰ ਤੇ ਆ ਗਿਆ ਸੀ, ਕਿਸਾਨੀ ਅੰਦੋਲਨ ਨੂੰ ਨਾ ਭੁੱਲੇ, ਬੇਅਦਬੀ ਦਾ ਮਸਲਾ ਤਾਂ ਉਦੋਂ ਵੀ ਕਈ ਗੁਣਾ ਵੱਧ ਪਵਿੱਤਰ ਹੈ। ਚਲੋ ਇਹ ਗੱਲ ਠੀਕ ਹੈ, ਪਰ ਇਹਨਾਂ ਜ਼ਰੂਰ ਹੈ ਵਾਟ ਸਾਹਿਬ, ਇਹ ਸਾਰੇ ਕੁਝ ਜੇ ਤੇ ਇੱਥੇ ਆ ਕੇ ਨਿਬੜ ਜਾਣੀ ਗੱਲ ਵੀ ਉਹ ਦੇਖੋ ਜੀ, ਮਤਲਬ ਜਿੱਦਾਂ ਖਹਿਰਾ ਸਾਹਿਬ ਕਹਿੰਦੇ ਸੀ ਵੀ ਨਹੀਂ ਪਹਿਲਾਂ ਗੱਲ ਹੋਰ ਸੀ, ਹੁਣ ਗੱਲ ਹੋਰ ਹੈ। ਜੇ ਬੰਦਾ ਇੱਕ ਬਾਹਰ ਜਾ ਕੇ ਅੰਦਰ ਆ ਕੇ ਆਪਣਾ ਬਿਆਨ ਬਦਲ ਸਕਦਾ, ਤੇ ਜਿਹੜਾ ਬੰਦਾ ਹੈ ਹੀ ਅੰਦਰ ਉਹਨੂੰ ਬਿਆਨ ਬਦਲਣ ਤੇ ਕਿੰਨਾ ਕੁ ਟਾਈਮ ਲੱਗਣਾ। ਜੇ ਤੇ ਬਿਆਨ ਬਦਲ ਕੇ ਕੰਮ ਸਾਰਾ ਉੱਥੇ ਗੋਲ ਹੋ ਗਿਆ, ਫਿਰ ਤਾਂ ਇਹ ਗੱਲ ਕਲੀਅਰ ਹੈ ਵੀ ਕਾਂਗਰਸ ਪਾਰਟੀ ਮੇਰੇ ਖਿਆਲ ਨਾਲ ਕੰਧ ਤੇ ਲਿਖਿਆ ਪੜ੍ਹ ਲਵੇ ਵੀ ਜਿਹੜੇ ਬੰਦਿਆਂ ਨੂੰ ਉਹ ਵਿਰੋਧੀਆਂ ਨੂੰ ਗਿਣਦੀ ਸੀ ਵੀ ਉਹ ਹੁਣ ਸਾਡੇ ਕਿਤੇ ਖਾਤੇ 'ਚ ਨਹੀਂ ਬੋਲਦੇ, ਅਗਲਿਆਂ ਨੇ ਕਾਇਮ ਹੋ ਜਾਣਾ, ਹੈ ਨਾ। ਤੇ ਹੋਰ ਜਿਹੜੇ ਬੰਦੇ ਇਹ ਸੋਚਦੇ ਸੀ ਵੀ ਯਾਰ ਹੁਣ ਸਾਨੂੰ ਤਾਕਤ ਕਿੱਥੋਂ ਮਿਲੇ, ਉਹਨਾਂ ਦਾ ਆਪਣਾ ਕੁਝ ਕੀਤਾ ਕਰਾਇਆ ਹੋਵੇ ਨਾ ਹੋਵੇ, ਪਰ ਕਾਂਗਰਸ ਪਾਰਟੀ ਦੇ ਇਸ ਕੰਮ ਦਾ ਕਰਕੇ ਉਹਨਾਂ ਨੂੰ ਤਾਕਤ ਮਿਲ ਜਾਣੀ। ਇਹਦੇ ਗੱਲ ਪੱਕੀ ਹੈ ਕਿ ਨਹੀਂ। ਹੁਣ ਜੇ ਇਸ ਤਰ੍ਹਾਂ ਬਦਲ ਜਾਂਦਾ ਸਮੀਕਰਨ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਕੰਮ ਜੋ 2016 'ਚ ਹੋਇਆ ਸੀ, 2017 'ਚ ਹੋਇਆ ਸੀ, ਉਹੀ 2021 ਤੇ 2022 ਦੇ ਵਿੱਚ ਆਪਾਂ ਸੁਣਾਂਗੇ, ਪੜਾਂਗੇ, ਵੇਖਾਂਗੇ। ਤੇ ਫਿਰ ਬਦਲਿਆ ਕੀ ਪੰਜਾਬ ਦਾ। ਇਹ 'ਚ ਮੈਂ ਇੱਕ ਖਬਰ ਐਡ ਕਰ ਦੇਣਾ, ਇਹ ਸਿਚੁਏਸ਼ਨ ਹੋਰ ਕਲੀਅਰ ਹੋ ਜੂ। ਬੇਰੁਜ਼ਗਾਰ ਅਧਿਆਪਕ ਫਲਾਣੇ ਦੀ ਕੋਠੀ ਘੇਰਨ ਗਏ, ਡਾਂਗ ਸੋਟਾ, ਲਾਠੀ ਚਾਰਜ, ਫਲਾਣਿਆਂ ਨੂੰ ਫੜ ਲਿਆ। ਬੇਰੁਜ਼ਗਾਰ ਫਲਾਣੇ ਵਿਚਾਰੇ ਟੈਂਕੀ ਤੇ ਚੜੇ, ਬੇਰੁਜ਼ਗਾਰ ਫਲਾਣੇ ਵਿਚਾਰੇ ਟਾਵਰ ਤੇ ਚੜੇ। ਆ ਹੁਣ ਵੀ ਤੇ ਉਹ ਕੁਝ ਹੋਈ ਜਾਂਦਾ, ਹੁਣ ਵੀ ਤਾਂ ਪੁਲਿਸ ਕੁੱਟੀ ਜਾਂਦੀ, ਨਾ ਪਹਿਲਾਂ ਕੁਝ ਬਦਲਿਆ ਨਾ ਹੁਣ ਕੁਝ ਬਦਲਿਆ। ਤੇ ਜੇ ਘੁੰਮ ਫਿਰ ਕੇ ਬਿਆਨ ਵੀ, ਮੁੱਦੇ ਵੀ, ਟੌਪਿਕ ਵੀ ਸਾਰਾ ਉਹੀ ਹੋ ਜਾਣਾ। ਤੇ ਯਾਰ ਮੈਨੂੰ ਸਮਝ ਨਹੀਂ ਆਇਆ ਵੀ 5 ਸਾਲ ਲੋਕਾਂ ਦੀ ਜ਼ਿੰਦਗੀ ਦੇ ਲੰਘ ਜਾਂਦੇ ਆ, ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਦੁਨੀਆ ਕਿੱਧਰ ਨੂੰ ਚੱਲਦੀ ਹੈ, ਤੇ ਉਹਦੇ ਬਾਵਜੂਦ ਵੀ ਆਪਾਂ ਉੱਥੇ ਦੇ ਉੱਥੇ ਹੀ ਉਹ ਗਾੜੀ ਤੇ ਘੁੰਮੀ ਜਾਂਦੇ ਰਹਿੰਦੇ ਆ, ਬਲਦਾਂ ਵਾਲੀ ਤੇ। ਦੇਖੋ ਸੰਧਾਲੀਆ ਸਾਹਿਬ, ਐਤਕੀ ਨਾ ਸਮਾਂ ਪਹਿਲਾਂ ਵਰਗਾ ਰਹਿਣਾ ਨਹੀਂ, ਮੈਨੂੰ ਐ ਲੱਗਦਾ। ਪਤਾ ਕਿਉਂ ਲੱਗਦਾ? ਆ ਜਿਹੜੇ ਤੁਸੀਂ ਕਿਹਾ ਨਾ ਬੇਰੁਜ਼ਗਾਰ ਫਲਾਨਾ ਤੇ ਬੇਰੁਜ਼ਗਾਰ ਉਹ, ਇਹਨਾਂ ਨੂੰ ਸਰਕਾਰ ਨੇ ਲੜਾਇਆ, ਥੋੜੇ ਜਿਹਾ ਲੜੇ ਵੀ ਹੈ, ਪਰ ਇਹਨਾਂ ਨਹੀਂ ਲੜੇ, ਬਹੁਤਾ ਸਰਕਾਰ ਦੇ ਖਿਲਾਫ ਹੀ ਚੱਲਦੇ ਆ। ਹੁਣ ਮੋਤੀ ਮਹਿਲ ਘੇਰਨਾ ਸੀ, ਤੇ ਹੋ ਸਕਦਾ ਕਿ ਪੁਲਿਸ ਨੂੰ ਹੋਗਾ ਉਹਨੇ ਕੋਈ ਨੇੜੇ ਨਹੀਂ ਕੋਈ ਫੜਕਣ ਦੇ ਨਾਲ ਅਗਲੇ ਨੇ ਡਾਂਗ ਫੇਰੀ। ਅਗਲਿਆਂ ਨੇ 5-6 ਦਰਜਨ ਅਧਿਆਪਕ ਜਿਹੜੇ ਬੇਰੁਜ਼ਗਾਰ ਨੇ ਚੱਕ ਕੇ ਥਾਣੇ ਦਿੱਤੇ, ਦੇਰ ਰਾਤ ਨੂੰ ਛੱਡੇ, ਉਹ ਫੇਰ ਧਰਨੇ ਤੇ ਆ ਕੇ ਬਹਿ ਗਏ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਇਹ ਲੱਗਦਾ ਕਿ ਬਾਬੇ ਨਾਨਕ ਦੀ ਧਰਤੀ ਹੈ, ਉੱਥੇ ਸਾਡੇ ਸੱਤਾਧਾਰੀ ਤੇ ਵਿਰੋਧੀ ਸਿਆਸਤਦਾਨ ਜੇ ਉਹਨਾਂ ਨੂੰ 260 ਫੁੱਟ ਉੱਚੇ ਮੋਬਾਈਲ ਟਾਵਰ ਦੇ ਉੱਤੇ ਬੈਠੇ ਪੰਜਾਬ ਦੇ 2 ਨੌਜਵਾਨ ਨਹੀਂ ਦੀਦੇ, ਜਾਣੀ ਪਟਿਆਲੇ 'ਚ ਉਹ ਟਾਵਰ ਜਿੱਥੋਂ ਮੋਤੀ ਮਹਿਲ ਦੀਦਾ ਕੈਪਟਨ ਸਾਹਿਬ ਦਾ, ਜਿੱਥੋਂ ਬਹੁਤ ਸਾਰੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੇ ਘਰ ਦੀਦੇ ਆ, ਪਰ ਉਹਨਾਂ ਨੂੰ ਆਪਣੇ ਘਰਾਂ ਦੇ ਮਹਿਲ ਦੀ ਛੱਤ ਤੋਂ ਜੇ ਉਹ ਟਾਵਰ ਨਹੀਂ ਦੀਦਾ, ਹੁਣ ਉਹਨਾਂ ਦੇ ਵਿੱਚੋਂ ਤੁਸੀਂ ਇਹ ਦੇਖੋ, ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਭੁੱਲਣਗੇ। ਇੱਕ ਨੌਜਵਾਨ ਸੁਰਿੰਦਰਪਾਲ ਉਹ ਆ, ਜਿਹੜਾ ਨੌਜਵਾਨ ਮਾਝੇ ਦਾ ਰਹਿਣ ਵਾਲਾ, ਮਾਤਾ ਉਹਦੀ ਪੂਰੀ ਹੋ ਗਈ ਹੈ, ਬਾਪੂ ਉਹਦਾ 80 ਸਾਲ ਦਾ ਹੋ ਚੱਲਿਆ, ਕੁੱਬ ਪਿਆ, ਤੇ ਉਹ ਨੌਜਵਾਨ ਇੰਨੇ ਗਰੀਬ ਘਰ ਦੇ ਵਿੱਚੋਂ ਉੱਠਿਆ ਕਿ ਜਦੋਂ ਪੜ੍ਹਦਾ ਹੁੰਦਾ ਸੀ ਤਾਂ ਛੁੱਟੀ ਵਾਲੇ ਦਿਨ ਵੀ ਦਿਹਾੜੀ ਕਰਨੀ, ਜਦੋਂ ਸਕੂਲ ਜਾਣਾ ਤੇ ਰਾਤ ਨੂੰ ਕੰਮ ਕਰਨਾ। ਉਹਦੇ ਤੋਂ ਬਾਅਦ ਪਠਾਨਕੋਟ ਦੇ ਲੇਬਰ ਚੌਂਕ ਦੇ ਵਿੱਚ ਖੜਦਾ ਰਿਹਾ, ਕਿਉਂਕਿ ਬਾਪ ਦੇ ਕੋਲੇ ਉਹਨੂੰ ਪੜਾਉਣ ਦੇ ਪੈਸੇ ਨਹੀਂ ਸੀ। ਬਾਅਦ ਵਿੱਚ ਰਿਸ਼ਤੇਦਾਰਾਂ ਤੋਂ ਲੱਖ-ਸਵਾ ਲੱਖ ਰੁਪਇਆ ਇਕੱਠਾ ਕੀਤਾ, ਈਟੀਟੀ ਕੀਤੀ। ਜਦੋਂ ਈਟੀਟੀ ਕਰਦਾ ਸੀ, ਦਿਨੇ ਪੜ੍ਹਦਾ ਸੀ ਤੇ ਰਾਤ ਨੂੰ ਇੱਕ ਕਾਰਖਾਨੇ ਦੇ ਵਿੱਚ ਲੋਹਾ ਕੁੱਟਦਾ ਸੀ। ਕੋਈ ਜਮਾਤ ਇਦਾਂ ਦੀ ਨਹੀਂ ਜਿਹੜੀ ਉਹਨੇ ਫਸਟ ਡਿਵੀਜ਼ਨ 'ਚ ਪਾਸ ਨਾ ਕੀਤੀ ਹੋਵੇ। ਬਾਅਦ ਵਿੱਚ ਸਰਕਾਰ ਨੇ ਟੀਚਰ ਐਲੀਜੀਬਿਲਟੀ ਟੈਸਟ ਰੱਖ ਦਿੱਤਾ, ਉਹ ਵੀ ਪਾਸ ਕੀਤਾ। ਜਾਣੀ ਕਿ ਜਿਹੜਾ ਬੰਦਾ ਰਾਤਾਂ ਨੂੰ ਫੈਕਟਰੀਆਂ 'ਚ ਕੰਮ ਕਰਦਾ ਸੀ, ਬਸ ਇੱਕੋ ਹੀ ਸੀ ਕਿ ਮੇਰਾ ਬਾਪੂ ਚਾਹੁੰਦਾ ਕਿ ਮਾਸਟਰ ਬਣੇ ਪੁੱਤ, ਉਹਨੇ ਦੁਨੀਆ 'ਚ ਕਸਰ ਕੋਈ ਨਹੀਂ ਛੱਡੀ, ਇੱਟਾਂ ਵਾਲੇ ਭੱਠਿਆਂ ਤੇ ਵੀ ਕੰਮ ਕੀਤਾ। ਅੱਜ ਉਹ 36 ਸਾਲਾਂ ਦਾ ਮੁੰਡਾ ਪਿਛਲੇ 1960 ਘੰਟਿਆਂ ਤੋਂ ਪਟਿਆਲੇ ਦੇ ਮੋਬਾਈਲ ਟਾਵਰ ਤੇ 260 ਫੁੱਟ ਉੱਚੇ ਬੈਠਾ। ਉਹਨੇ ਸਾਰੀ ਠੰਡ ਵੀ ਉੱਪਰ ਹੰਢਾਈ ਹੈ ਆਪਣੇ ਸਾਥੀ ਦੇ ਨਾਲ, ਸਾਰੀ ਗਰਮੀ ਵੀ ਉੱਪਰ ਹੰਢਾਈ ਹੈ। ਲੀਡਰਾਂ ਨੂੰ ਉਹ ਦੀਦਾ ਹੋਵੇ ਨਾ ਦੀਦਾ ਹੋਵੇ, ਵਿਰੋਧੀ ਧਿਰਾਂ ਵਾਲੇ ਆਏ ਆ, ਮਗਰਮੱਛ ਦੇ ਅਥਰੂ ਵੀ ਭੋਰਾ ਕੇ ਚੰਗੇ ਹੁੰਦੇ, ਉਦੋਂ ਵੀ ਭੈੜੇ ਅਥਰੂ ਬਹਾ ਕੇ ਚਲੇ ਗਏ, ਅਸੀਂ ਤੁਹਾਡੇ ਨਾਲ ਆ।
ਭਾਰ ਉਹਦਾ ਘਟੀ ਜਾਂਦਾ, ਚਮੜੀ ਦੀਆਂ ਸਮੱਸਿਆਵਾਂ ਉਹਨਾਂ ਦੇ ਸਾਥੀਆਂ ਨੂੰ ਹੋ ਗਈਆਂ। ਪਰ ਜੇ ਲੱਗਦਾ ਹੈ ਕਿਸੇ ਨੂੰ ਕਿ ਪੰਜਾਬ ਦੇ ਆਮ ਲੋਕਾਂ ਨੂੰ ਉਸ ਨੌਜਵਾਨ ਦਾ ਦਰਦ ਨਹੀਂ ਹੋਊਗਾ, ਉਹਦਾ ਕਸੂਰ ਪਤਾ ਕੀ ਹੈ? ਉਹ ਨਸ਼ਾ ਵੇਚਣ ਨਹੀਂ ਲੱਗਿਆ, ਉਹ ਨਸ਼ਾ ਖਾਣ ਨਹੀਂ ਲੱਗਿਆ, ਉਹਦਾ ਕਸੂਰ ਇੰਨਾ ਕਿ ਉਹ ਮੋਬਾਈਲ ਨਹੀਂ ਖੋਂਦਾ, ਉਹਦਾ ਕਸੂਰ ਇੰਨਾ ਕਿ ਭਾਈ ਉਹ ਅੱਧੀ ਰਾਤ ਤੱਕ ਪੜ੍ਹਦਾ ਹੁੰਦਾ ਸੀ, ਉਹਦੇ ਤੋਂ ਬਾਅਦ ਕੰਮ ਦੇ ਉੱਤੇ ਜਾਂਦਾ ਸੀ, ਉਹਦਾ ਕਸੂਰ ਇੰਨਾ ਕਾ ਕਿ ਉਹ ਫਸਟ ਡਿਵੀਜ਼ਨ ਦੇ ਵਿੱਚ ਪਾਸ ਹੋ ਕੇ ਤੇ ਨੌਕਰੀ ਦੇ ਲਾਇਕ ਹੋਇਆ, ਉਹਦਾ ਕਸੂਰ ਇੰਨਾ ਕਾ ਕਿ ਭਾਈ ਉਹਨੇ ਜਿੰਨੇ ਸਰਕਾਰ ਨੇ ਟੈਸਟ ਕਿਹਾ ਸੀ ਉਹਨੇ ਸਾਰੇ ਪਾਸ ਕੀਤੇ, ਤੇ ਉਹਦਾ ਕਸੂਰ ਇੰਨਾ ਕਾ ਕਿ ਉਹ ਮਾਰਚ ਮਹੀਨੇ ਦਾ ਪਟਿਆਲੇ ਦੇ ਵਿੱਚ ਮੋਬਾਈਲ ਟਾਵਰ ਤੇ ਇਸ ਕਰਕੇ ਬੈਠਾ ਕਿ ਭਾਈ ਅਸਾਮੀਆਂ ਖਾਲੀ ਹੈ, ਅਸੀਂ ਪੜ੍ਹੇ ਆ, ਮੈਨੂੰ ਤਾਂ ਮੇਰੇ ਸਾਥੀਆਂ ਨੂੰ ਕੰਮ ਤੇ ਰੱਖ ਦਿਓ। ਪੰਜਾਬ ਦੇ ਲੋਕਾਂ ਨੇ, ਬਾਬੇ ਨਾਨਕ ਦੀ ਧਰਤੀ ਦੇ ਲੋਕਾਂ ਨੇ ਇਹ ਭੁੱਲਣਾ ਨਹੀਂ ਕਿ ਸੱਤਾਧਾਰੀ ਕੀ ਕਰ ਰਿਹਾ ਤੇ ਵਿਰੋਧੀ ਕੀ ਕਰ ਰਿਹਾ। ਦੇਖੋ ਆਹੀ ਗੱਲ ਹੈ ਜਿਹੜੀ ਚੀਜ਼ ਤੇ ਇਤਰਾਜ਼ ਆਪਾਂ ਮੇਰਾ ਖਿਆਲ ਕਦੋਂ ਦੇ ਲੱਗਿਆ ਹੋਇਆ, ਪਰ ਮੁੱਦਾ ਤੇ ਘੁੰਮ ਫਿਰ ਕੇ ਇੱਥੇ ਹੀ ਆ ਜਾਂਦਾ ਹੈ ਵੀ ਯਾਰ ਜਦੋਂ ਸਰਕਾਰ ਬਣਾਉਣੀ ਹੁੰਦੀ ਹੈ, ਇਲੈਕਸ਼ਨ ਹੁੰਦੀ ਹੈ, ਵੋਟਾਂ ਹੁੰਦੀਆਂ, ਉਦੋਂ 4 ਦਿਨ ਲੋਕਾਂ ਦੇ ਇਮੋਸ਼ਨਸ ਨਾਲ ਖੇਡੋ, ਉਸ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ। ਹੁਣ ਮੇਰੇ ਖਿਆਲ ਨਾਲ ਹੁਣ ਦੀ ਗੱਲ ਨਹੀਂ, ਮੇਰੇ ਖਿਆਲ ਨਾਲ ਅੱਜ ਤੋਂ 20 ਸਾਲ ਪੁਰਾਣੀਆਂ ਅਖਬਾਰਾਂ ਵੀ ਆਪਾਂ ਕੱਢ ਕੇ ਵੇਖ ਲਈਏ, ਉਹਨਾਂ ਇਲੈਕਸ਼ਨਾਂ ਤੋਂ ਕੁਝ ਕੁ ਮਹੀਨੇ ਪਹਿਲਾਂ ਦੀਆਂ ਲਗਭਗ ਇੱਕੋ ਜਿਹੀਆਂ ਖਬਰਾਂ, ਇੱਕੋ ਜਿਹੇ ਘਟਨਾਵਾਂ, ਇੱਕੋ ਜਿਹਾ ਸਾਰਾ ਕੁਝ ਹੁੰਦਾ। ਹੁਣ ਜੇ ਤੇ ਸਮਝ ਲਓ ਵੀ ਇਹਦੀ ਆਦਤ ਹੀ ਪੈ ਗਈ ਜਾਂ ਸਰਕਾਰਾਂ ਨੂੰ ਵੀ ਲੱਗਣ ਲੱਗ ਪਿਆ ਵੀ ਇਹ ਇਦਾਂ ਕਰਨਗੇ ਫੇਰ ਹੀ ਆਪਾਂ ਮੰਨੀ। ਜਿੱਦਾਂ ਵਿਚਾਰੇ ਦਿਵਿਆਂਗ ਵਿਚਾਰੇ ਬੈਠੇ ਸੀ ਉੱਥੇ, ਹੁਣ ਉਹਨਾਂ ਦੀ ਮੰਨ ਲਈ ਵੀ ਆਪਾਂ ਠੀਕ ਹੈ ਜੀ ਤੁਹਾਡੇ ਲਈ ਇੰਨਾ ਰਾਖਵਾਂ ਰੱਖ ਦਿੰਦੇ, ਇੰਨੀਆਂ ਤੁਹਾਡੀਆਂ ਅਸਾਮੀਆਂ ਹੋ ਗਈਆਂ, ਉਹ ਹੁਣ ਵੀ ਤੇ ਰੱਖੀਆਂ ਨੇ ਯਾਰ। ਜੇ ਪਹਿਲਾਂ ਨਹੀਂ ਸੀ ਆਪਾਂ ਨੂੰ ਪਤਾ ਵੀ ਆ ਯਾਰ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਜਿਉਣ ਦਾ ਹੱਕ ਹੈ ਤੇ ਆਪਾਂ ਨੂੰ ਉਹਨਾਂ ਨੂੰ ਜਿਉਣ ਦਾ ਹੱਕ ਦੇਣਾ ਚਾਹੀਦਾ। ਹੁਣ ਇਹ ਜਿਹੜਾ ਤੰਤਰ ਹੈ ਵੀ ਪਹਿਲਾਂ ਤੁਸੀਂ ਮੁੱਦਾ ਉਭਾਰੋ, ਮੁੱਦਾ ਉਭਾਰਨ ਤੋਂ ਬਾਅਦ ਅੰਦਰ ਬਹਿ ਕੇ ਸੈਟਿੰਗ ਕਰੋ, ਆਪਣੀ ਸੈਟਿੰਗ ਕਰਕੇ ਫਿਰ ਤੁਸੀਂ ਚੁੱਪ ਕਰ ਜਾਓ, ਤੇ ਜਿਹੜੇ 5 ਸਾਲ ਬਾਅਦ ਲੋਕਾਂ ਦੇ ਮੁੱਦੇ ਨੇ ਉਹ ਵਿਚਾਰੇ ਫੇਰ ਸੜਕਾਂ ਤੇ ਡਾਂਗਾਂ ਖਾਦੇ। ਫਿਰ ਇਹ ਜਿਹੜਾ ਕੰਮ ਹੈ ਇਹ ਕਿੱਦਾਂ ਸੁਧਰੂਗਾ ਬਾਟ ਸਾਹਿਬ? ਇਹਦੇ ਬਾਰੇ ਕੋਈ ਦੱਸੋ ਮਹਾਰਾਜ। ਸੰਧਾਲੀਆ ਸਾਹਿਬ ਮੋਟੀ ਜੀ ਗੱਲ ਹੈ, ਪਤਲੀ ਦੱਸੋ ਤੁਸੀਂ ਯਾਰ, ਮੋਟੀ ਨਹੀਂ। ਮੈਂ ਆਪਣੇ ਵਾਲੀ ਥੋੜਾ ਭਰਾ ਨਾ ਬੈਠਾ, ਭਰਾ ਕੀ ਦੱਸੋ ਫਿਰ। ਹੁਣ ਮੈਂ ਇਹ ਗੱਲ ਦੱਸਦਾ ਕਿ ਐਤਕੀ ਬਹੁਤ ਸਾਰੇ ਲੀਡਰਾਂ ਨੇ ਆਉਣਾ, ਲੋਕਾਂ ਨੇ ਐਤਕੀ ਤਹਈਆ ਕਰ ਲੈਣਾ ਕਿ ਅਸੀਂ ਕਿਸੇ ਕੈਪਟਨ ਸਾਹਿਬ ਦੇ ਨਾਂ ਤੇ ਵੋਟ ਨਹੀਂ ਪਾਉਣੀ, ਬਾਦਲ ਸਾਹਿਬ ਦੇ ਨਾਂ ਤੇ ਵੋਟ ਨਹੀਂ ਪਾਉਣੀ, ਭਗਵੰਤ ਮਾਨ ਦੇ ਨਾਂ ਤੇ ਵੋਟ ਨਹੀਂ ਪਾਉਣੀ, ਗੁਰਪ੍ਰੀਤ ਸੰਧੇਵਾਲੀਏ ਦੇ ਨਾਂ ਤੇ ਵੋਟ ਨਹੀਂ ਪਾਉਣੀ, ਮੁੱਦੇ ਨੂੰ ਪਾਵਾਂਗੇ। ਮੇਰੇ ਨਾਂ ਦੇ ਤੇ ਪਾਓ ਯਾਰ, ਮੈਂ ਤੇ ਜੇ ਪਹਿਲੀ ਵਾਰ ਇਲੈਕਸ਼ਨ ਲੜੀ। ਨਹੀਂ ਤੁਹਾਡੇ ਨਾਂ ਤੇ ਕਿਤੇ ਕਹੋ, ਮੈਨੂੰ ਤਾਂ ਪਤਾ ਨਾ, ਜੇ ਬਾਕੀਆਂ ਨੂੰ ਨਹੀਂ ਪਤਾ। ਹੁਣ ਮੈਂ ਲੋਕਾਂ ਨੂੰ ਚਲੋ ਹੁਣ ਬਹੁਤੀ ਗੱਲ ਨਾ ਕਰਾਓ ਜੀ। ਸੰਧਾਲੀਆ ਸਾਹਿਬ ਰੌਲਾ ਕੀ ਹੈ ਕਿ ਜੇ ਲੋਕ ਇਸ ਮੁੱਦੇ ਦੇ ਉੱਤੇ ਆ ਗਏ ਕਿ ਭਾਈ ਬਿਮਾਰੀਆਂ ਸਾਨੂੰ ਲੱਗੀਆਂ, ਹਸਪਤਾਲ ਕਿੱਥੇ ਹੈ, ਸਿਹਤ ਸਾਡੀ ਠੀਕ ਹੋਣੀ ਚਾਹੀਦੀ ਹੈ, ਸਿੱਖਿਆ ਸਾਡੀ ਚੱਜ ਦੀ ਚਾਹੀਦੀ ਹੈ, ਅਸਾਮੀਆਂ ਪੂਰੀਆਂ ਹੋਣੀਆਂ ਚਾਹੀਦੀਆਂ, ਨੌਕਰੀ ਸਾਨੂੰ ਦਿਓ, ਤੇ ਆਹ ਫਜ਼ੂਲ ਖਰਚੇ ਬੰਦ ਕਰੋ। ਜਦੋਂ ਸਾਰੇ ਲੋਕਾਂ ਨੂੰ, ਮੈਂ ਤਾਮਿਲਨਾਡੂ ਦੀ ਬਾਰ-ਬਾਰ ਉਦਾਹਰਨ ਦਿੰਦਾ ਸੀ ਕਿ ਭਾਈ ਇੱਕ ਮਦੁਰਾਈ ਦੇ ਲਾਗੇ ਪਿੰਡ ਆ 20 ਕਿਲੋਮੀਟਰ ਦੀ ਦੂਰੀ ਤੇ, ਉਹਨਾਂ ਨੇ ਕਹਿਤਾ ਸੀ ਕਿ ਸਾਡੇ ਪਿੰਡ ਦੇ ਅੰਦਰ ਲੀਡਰ ਕੋਈ ਨਹੀਂ ਬਣਨਾ, ਸਾਨੂੰ ਦੱਸਿਓ, ਹਾਰ ਲੈ ਕੇ ਆਵਾਂਗੇ, ਤੁਹਾਡੇ ਲਈ ਖਾਣ ਪੀਣ ਨੂੰ ਵੀ ਲੈ ਕੇ ਆਓ, ਪਿੰਡ ਦੇ ਬਾਹਰਲੇ ਪਾਸੇ ਇੱਕ ਮੰਦਿਰ ਆ ਉੱਥੇ ਖਲੋ ਜਿਓ। ਸਾਰਾ ਪਿੰਡ ਇਕੱਠੇ ਹੋ ਕੇ ਜਾਂਦਾ, ਵੱਖ-ਵੱਖ ਪਾਰਟੀਆਂ ਨੇ ਜੁੜਿਆ, ਉੱਥੋਂ ਹੀ ਕਹਿੰਦੇ ਆ ਕਿ ਭਾਈ ਸਪੀਕਰ ਬੰਦ ਕਰ ਲਓ, ਕੋਈ ਢੋਲ ਢਮੱਕਾ ਨਹੀਂ, ਆਹ ਮੁੱਦੇ ਨੇ ਸੂਬੇ ਦੇ, ਆਹ ਸਾਡੇ ਪਿੰਡ ਦੇ ਮੁੱਦੇ ਆ, ਦੱਸੋ ਤੁਹਾਡੇ ਵਿਚਾਰ ਕੀ ਹੈ। ਇਹ ਕੰਮ ਸ਼ੁਰੂ ਹੋ ਗਿਆ। ਪੰਜਾਬ ਦੇ ਲੋਕਾਂ ਨੇ ਖੇਤੀ ਅੰਦੋਲਨ ਚੋਂ ਬਹੁਤ ਕੁਝ ਸਿੱਖਿਆ, ਕੋਵਿਡ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਕਿ ਕੋਈ ਲੀਡਰ ਬਾਤ ਨਹੀਂ ਪੁੱਛਦਾ, ਕੋਈ ਲੀਡਰ ਮੁੜ ਕੇ ਰਗੜੇ ਹੋਏ ਗੋਡੇ ਦੇ ਉੱਤੇ ਦਵਾਈ ਲਾਉਣ ਨਹੀਂ ਆਉਂਦਾ। ਇਸ ਕਰਕੇ ਅੱਜ ਮੁੱਦਿਆਂ ਦੀ ਦਵਾਈ ਲੀਡਰਾਂ ਦੇ ਲੋਕਾਂ ਨੇ ਲਾ ਦੇਣੀ ਹੈ। ਨਹੀਂ ਗੱਲ ਇਹ ਤੁਹਾਡੇ ਨਾਲ ਮੈਂ ਥੋੜਾ ਸਹਿਮਤ ਹੋਣ ਲੱਗ ਪਿਆ। ਕਾਰਨ ਇਹ ਆ ਵੀ ਪਹਿਲਾਂ ਅਨਿਲ ਜੋਸ਼ੀ ਹੋਰਾਂ ਨੇ ਮੁੱਦਾ ਚੁੱਕਿਆ ਸੀ ਤੇ ਹੁਣ ਉਹਨਾਂ ਦੀ ਹਾਂ ਦੇ ਵਿੱਚ ਹਾਂ 2.5 ਰਲਾਈ ਹੈ ਮਾਸਟਰ ਮੋਹਨ ਲਾਲ ਹੋਰਾਂ ਨੇ। ਹੁਣ ਦੇਖੋ ਦੋਵੇਂ ਬੰਦੇ ਬੀਜੇਪੀ ਦੇ ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ ਮੰਤਰੀ ਰਹੇ ਨੇ। ਹੁਣ ਮਾਸਟਰ ਮੋਹਨ ਲਾਲ ਹੋਰੀ ਵੀ ਆਖੀ ਜਾਂਦੇ, ਉਹ ਕਹਿੰਦੇ ਵੀ ਜੋ ਅਨਿਲ ਜੋਸ਼ੀ ਹੋਰਾਂ ਕਿਹਾ ਮੈਂ ਤਾਂ ਸਹਿਮਤ ਹਾਂ ਭਾਈ ਸਾਹਿਬ। ਸਾਡੇ ਵਾਲੀ ਜਿਹੜੀ ਪੰਜਾਬ ਵਾਲੀ ਬੀਜੇਪੀ ਵਾਲੀ ਹੈ ਜਾਂ ਲੀਡਰ ਨੇ, ਇਹਨਾਂ ਨੂੰ ਸੋਚਣਾ ਤਾਂ ਚਾਹੀਦਾ ਭਾਈ ਸਾਹਿਬ ਜੇ ਕਿਸਾਨ ਇੱਦਾਂ ਦੇ ਆ। ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਜਾਂ ਤਾਂ ਕੋਈ ਗੋਲੀ ਕੈਪਸੂਲ ਚੱਲਦਾ ਰਿਹਾ 2-3-6 ਮਹੀਨੇ ਜਿਹਦਾ ਅਸਰ ਹੁਣ ਹੋਣ ਲੱਗਿਆ, ਜਾਂ ਫਿਰ ਉਹ ਕਾਗਜ਼ ਜਿਹੜੇ ਪਹਿਲਾਂ ਉਦੋਂ ਦੇ ਲਿਖੇ ਸੀਗੇ ਉਹਨਾਂ ਦੇ ਉੱਪਰ ਕੋਈ ਗੂੜਾ ਦਿਸਣ ਲੱਗ ਪਿਆ, ਜਾਂ ਕੋਈ ਐਨਕ ਬਦਲ ਲਈ ਜਿਹਦੇ ਨਾਲ ਵਾਕਿਆ ਉਹ ਪੜ੍ਹ ਲਿਆ ਵੀ ਉਹ ਯਾਰ ਆਹ ਵਾਲਾ ਪੈਰਾ ਤੇ ਪੜ੍ਹਿਆ ਨਹੀਂ ਸੀ। ਇਹ ਜਿਹੜੀ ਚੇਂਜ ਆਈ ਅਚਾਨਕ ਤੋਂ ਬੀਜੇਪੀ ਲੀਡਰ ਸਾਹਿਬਾਨਾਂ ਦੇ ਬਿਹੇਵੀਅਰ ਦੇ ਵਿੱਚ, ਫਿਰ ਉਹਨਾਂ ਨੂੰ ਕਿਸਾਨ ਚੰਗੇ ਲੱਗਣ ਲੱਗ ਪਏ, ਸਰਕਾਰ ਆਪਣੀ ਜਿਹੜੀ ਕਿ ਉਦੋਂ ਦੀ ਬਹੁਤ ਚੰਗੀ ਸੀ, ਸਰਕਾਰ ਦੀ ਨੀਤੀ ਬਹੁਤ ਚੰਗੀ ਸੀ, ਉਹਦੇ 'ਚ ਖੋਟ ਨਜ਼ਰ ਆਉਣ ਲੱਗ ਪਈ। ਸੰਧਾਲੀਆ ਸਾਹਿਬ ਜਿੱਦਾਂ ਮੈਂ ਕੱਲ੍ਹ ਕਿਹਾ ਸੀ ਕਿ ਅਨਿਲ ਜੋਸ਼ੀ ਹੋਰੀ ਵੀ ਇਸ ਲਈ ਮੁੱਖ ਧਾਰਾ ਤੋਂ ਥੋੜ੍ਹਾ ਜਿਹਾ ਲਾਂਭੇ ਜਿਹਾ ਕੀਤੇ ਆ, ਇਹਦੀ ਮਾਸਟਰ ਮੋਹਨ ਲਾਲ ਹੋਰੀ ਵੀ ਹੈ, ਪਰ ਅਜੇ ਤੱਕ ਤਾਂ ਨਹੀਂ ਸੀ ਬੋਲੇ, 8 ਮਹੀਨੇ ਤੋਂ ਉੱਪਰ ਹੋ ਗਿਆ ਸੀ। ਹੁਣ ਇੱਕ ਬੰਦਾ ਬੋਲਿਆ ਤੇ ਦੂਸਰਾ ਬੋਲਿਆ, ਦੋਨੇ ਮਾਝੇ ਤੋਂ ਬੋਲੇ ਨੇ, ਤੇ ਮਾਝੇ ਦੀਆਂ 3 ਦੇ ਵਿੱਚੋਂ 2 ਲੋਕ ਸਭਾ ਸੀਟਾਂ ਅਕਾਲੀ ਦਲ ਭਾਜਪਾ ਨੂੰ ਛੱਡਦਾ ਹੁੰਦਾ ਸੀ, ਯਾਨੀ ਜਿੱਥੇ ਭਾਜਪਾ ਮਾਲਵੇ ਦੇ ਵਿੱਚ ਤਾਂ ਬਹੁਤੀ ਹੈ ਹੀ ਨਹੀਂ, ਤੇ ਮਾਝੇ ਦੇ ਵਿੱਚ ਆ, ਤੇ ਮਾਝੇ ਦੇ ਵਿੱਚੋਂ ਜੋ 2 ਵੱਡੇ ਲੀਡਰ ਇਦਾਂ ਬੋਲਦੇ ਆ, ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਆਮ ਲੋਕਾਂ ਦਾ ਪ੍ਰੈਸ਼ਰ ਕੰਮ ਕਰ ਰਿਹਾ। ਹੁਣ ਗੁਰਤੇਜ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਬਰਨਾਲੇ ਗਏ, ਕਿਤੇ ਕੰਮ ਗਏ ਹੋਣਗੇ ਜਾਂ ਮੀਟਿੰਗ ਕਰਨੀ ਗਏ ਹੋਣਗੇ, ਸਾਨੂੰ ਨਹੀਂ ਪਤਾ। ਸੁਰਜੀਤ ਸਿੰਘ ਬਰਨਾਲਾ ਸਾਹਿਬ ਦਾ ਘਰ ਹੈ, ਹੁਣ ਤਾਂ ਉਹ ਦੁਨੀਆ 'ਚ ਨਹੀਂ, ਉਹਦਾ ਪਰਿਵਾਰ ਹੈਗਾ, ਉੱਥੇ ਚਲੇ ਗਏ। ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਰਾਤ ਦੇ ਆਇਓ ਆ, ਉਹਨਾਂ ਨੇ ਸਵੇਰੇ ਬਰਨਾਲਾ ਸਾਹਿਬ ਦਾ ਘਰ ਘੇਰ ਲਿਆ, ਬਾਹਰਲੇ ਪਾਸਿਓਂ ਗੇਟ ਤੇ ਆ ਖੜ ਗਏ।
ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ, ਪਿੱਛੇ ਦਰਵਾਜ਼ਾ ਹੈਗਾ, ਪਿਛਲੇ ਦਰਵਾਜ਼ਿਆਂ ਚਲੇ ਗਏ। ਜਾਂਦੇ ਹੋਏ ਮੋਟਰਸਾਈਕਲ ਦਾ ਵੀ ਮਾੜਾ ਜਿਹਾ ਕਿਸਾਨਾਂ ਦੇ ਨਾਲ ਕੁਝ ਹੋਇਆ। ਹੁਣ ਉਹ ਕਹਿੰਦੇ ਜੀ ਮੈਂ ਕਿਹੜਾ ਮੀਟਿੰਗ ਕਰਨ ਆਇਆ ਸੀ, ਕਿਸਾਨਾਂ ਨੂੰ ਲੱਗਾ ਮੈਂ ਮੀਟਿੰਗ ਕਰਨ ਆਇਆ, ਮੇਰੀ ਤਾਂ ਰਿਸ਼ਤੇਦਾਰੀ ਆ, ਮੈਂ ਇੱਥੇ ਕਿਸੇ ਦੇ ਕੰਮ ਆਇਆ ਸੀ, ਰਾਤ ਪੈ ਗਈ, ਮੈਂ ਮਾਸੀ ਬੀਬੀ ਸਰਜੀਤ ਕੌਰ ਬਰਨਾਲਾ ਦੇ ਘਰੇ ਰਹਿ ਗਿਆ, ਕਿਸਾਨਾਂ ਨੂੰ ਐਂ ਲੱਗਾ ਮੈਂ ਫਿਰ ਆ ਗਿਆ, ਮੈਂ ਕਿਹਾ ਟਕਰਾ ਨਹੀਂ ਚਾਹੀਦਾ। ਹੁਣ ਜਦੋਂ ਕਿਸਾਨ ਹਰ ਜਗ੍ਹਾ ਦੇ ਉੱਤੇ ਜਾ ਕੇ ਘੇਰਾ ਪਾ ਲੈਂਦੇ ਕਿ ਤੁਸੀਂ ਆ ਕੇ ਦਿਖਾਓ, ਭਾਵੇਂ ਜੋਸ਼ੀ ਸਾਹਿਬ ਨੇ, ਭਾਵੇਂ ਮਾਸਟਰ ਮੋਹਨ ਲਾਲ ਨੇ, ਦਿੱਕਤ ਆਊਗੀ। ਮਦਨ ਮੋਹਨ ਮਿੱਤਲ ਵੱਡੇ ਲੀਡਰ ਨੇ, ਬਜ਼ੁਰਗ ਨੇ, ਮੈਂ ਨਹੀਂ ਕਹਿੰਦਾ ਕਿ ਭਾਈ ਉਹਨਾਂ ਨੇ ਸਾਰੇ ਕੰਮ ਚੰਗੇ ਕੀਤੇ ਹੋਣਗੇ ਜਾਂ ਸਾਰੇ ਮਾੜੇ। ਉਹਨਾਂ ਦੇ ਨਾਲ ਪੱਤਰਕਾਰਾਂ ਨੇ ਗੱਲ ਕੀਤੀ, ਉਹ ਕਹਿੰਦੇ ਜੀ ਕੋਰ ਕਮੇਟੀ ਦੀ ਬੈਠਕ ਹੋਈ, ਮੰਨ ਗਏ ਉਹ ਵੀ, ਕਹਿੰਦੇ ਸਾਡੀ ਕੋਰ ਕਮੇਟੀ ਭਾਜਪਾ ਪੰਜਾਬ ਦੀ ਬੈਠਕ ਦੇ ਵਿੱਚ ਬਹੁਤਾ ਕਰਕੇ ਕਿਸਾਨਾਂ ਦਾ ਮੁੱਦਾ ਹੀ ਛਾਇਆ ਰਿਹਾ। ਕਹਿੰਦੇ ਅਸੀਂ ਹੁਣ ਫੈਸਲਾ ਕਰ ਲਿਆ ਕਿ ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਦੇ ਲੀਡਰਾਂ ਨੂੰ ਮਿਲਾਂਗੇ, ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣਾਂਗੇ, ਅਸੀਂ ਥੋੜਾ ਜਿਹਾ ਇੱਕ ਰੂਪਰੇਖਾ ਜਿਹਾ ਬਣਾ ਕੇ ਕਿ ਆਹ ਪੁਆਇੰਟ ਨੇ, ਫਿਰ ਅਸੀਂ ਆਪਣੀ ਹਾਈ ਕਮਾਂਡ ਦੇ ਕੋਲੇ ਜਾਵਾਂਗੇ, ਕੇਂਦਰ ਸਰਕਾਰ ਦੇ ਆਪਣੇ ਨੁਮਾਇੰਦਿਆਂ ਦੇ ਕੋਲ ਜਾਵਾਂਗੇ ਤੇ ਉਹਨਾਂ ਨੂੰ ਫਿਰ ਇੱਕ ਟਰੈਕ ਦੇ ਉੱਤੇ ਲਿਆ ਕੇ ਗੱਲਬਾਤ ਕਰਾਵਾਂਗੇ। ਇਹ ਮਦਨ ਮੋਹਨ ਮਿੱਤਲ ਸਾਬਕਾ ਕੈਬਨਿਟ ਮੰਤਰੀ ਨੂੰ ਵੀ ਕਹਿਣਾ ਪਿਆ। ਤੇ ਮੈਂ ਕੱਲ ਹੋਰ ਦੱਸ ਦਿੰਦਾ, ਰਮੇਸ਼ ਚੰਦਰ ਹੋਰੀ ਨੀਤੀ ਆਯੋਗ ਦੇ ਮੈਂਬਰ ਨੇ, ਨੀਤੀ ਆਯੋਗ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ 'ਚ ਉਹਨਾਂ ਦਾ ਕਮਰਾ ਹੈ। ਉਹ ਵੀ ਕਹਿੰਦੇ ਮੈਂ ਇਸ ਗੱਲ ਦੀ ਸਰਾਹਨਾ ਕਰਦਾ ਕਿ ਰਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਗੱਲਬਾਤ ਹੋਣੀ ਚਾਹੀਦੀ ਹੈ। ਮੈਂ ਵੀ ਕਹਿੰਦੇ ਕਿਸਾਨਾਂ ਨੂੰ ਤੇ ਟਕੈਤ ਸਾਹਿਬ ਨੂੰ ਕਹਿਣਾ, ਤੁਸੀਂ ਦੱਸੋ ਫਿਰ ਕਿਹੜੀਆਂ ਚੀਜ਼ਾਂ, ਬਿੰਦੂ ਕਿਹੜੇ ਆ ਜਿਹੜੇ ਤੁਸੀਂ ਸੋਧ ਕਰਾਉਣਾ ਚਾਹੁੰਦੇ ਹੋ ਜਾਂ ਗੱਲਬਾਤ ਕਿਹਨਾਂ ਤੇ ਕਰਾਉਣਾ ਚਾਹੁੰਦੇ ਹੋ। ਗੱਲਬਾਤ ਹੋਣੀ ਚਾਹੀਦੀ ਹੈ। ਜੇ ਮਿੱਤਲ ਸਾਹਿਬ ਵੀ ਕਹਿੰਦੇ, ਜੋਸ਼ੀ ਸਾਹਿਬ ਵੀ ਕਹਿੰਦੇ, ਮਾਸਟਰ ਮੋਹਨ ਲਾਲ ਵੀ ਕਹਿੰਦੇ, ਤੇ ਫਿਰ ਉਹਦੇ ਤੋਂ ਬਾਅਦ ਨੀਤੀ ਆਯੋਗ ਦੇ ਇੱਕ ਮੈਂਬਰ ਵੀ ਕਹਿੰਦੇ, ਇਹਦਾ ਮਤਲਬ ਹੈ ਕਿ ਲੋਕ ਜਿਹੜੇ ਆ ਨਾ ਉਹ ਫਿਰ ਲੋਕ ਹੀ ਹੁੰਦੇ ਆ ਤੇ ਲੋਕ ਵੋਟਰ ਵੀ ਹੁੰਦੇ ਆ ਤੇ ਵੋਟਰ ਫਿਰ ਵੋਟਰ ਉਹ ਹਰੇ ਜਾਂ ਕੱਪੜੇ ਦੇ ਅੰਦਰ ਜਾ ਕੇ ਪਾਉਂਦਾ ਹੈ। ਨਹੀਂ ਗੱਲ ਠੀਕ ਆ ਤੁਹਾਡੀ, ਪਰ ਇਹਦੇ 'ਚ ਮੈਨੂੰ ਇੱਕ ਦੂਜਾ ਐਂਗਲ ਵੀ ਨਜ਼ਰ ਆਉਂਦਾ। ਕਿਹੜਾ ਜੀ? ਦੂਜਾ ਐਂਗਲ ਮੈਨੂੰ ਇਹਦੇ 'ਚ ਇਹ ਨਜ਼ਰ ਆਉਂਦਾ ਵਾਟ ਸਾਹਿਬ, ਇਹ ਪਹਿਲਾਂ ਜਿਹੜੇ ਚਿਹਰੇ ਸੀ ਨਾ, 2-3 ਚਿਹਰੇ ਕੇਂਦਰ 'ਚੋਂ, ਉਹਨਾਂ 'ਚੋਂ ਇੱਕ ਪੰਜਾਬ 'ਚ ਚਿਹਰਾ, ਕੁਝ ਲੀਡਰ ਬੀਜੇਪੀ ਦੇ ਹੋਰ ਉਹ ਅੱਗੇ ਆ ਰਹੇ ਸੀ, ਉਹਨਾਂ ਦੇ ਨਾਲ ਗੱਲ ਚੱਲਦੀ ਸੀ। ਹੌਲੀ ਹੌਲੀ ਪਤਾ ਲੱਗ ਗਿਆ ਵੀ ਉਹ ਤਾਂ ਵਿਚਾਰੇ ਟਰਕੋਲੋਜੀ ਡਿਪਾਰਟਮੈਂਟ 'ਚੋਂ ਨੇ ਜੀ। ਸੋ ਟਰਕੋਲੋਜੀ ਡਿਪਾਰਟਮੈਂਟ ਦਾ ਮਤਲਬ ਵੀ ਟਰਕਾਓ ਕੰਮ ਤੇ ਉਦੋਂ ਬਾਅਦ ਨਿਕਲ ਜਾਓ। ਉਹ ਤਾਂ ਆਪਾਂ ਉਦੋਂ ਵੀ ਮੁੱਦਾ ਜਦੋਂ ਚੱਲਦਾ ਸੀਗਾ ਉਦੋਂ ਵੀ ਗੱਲ ਕਰਦੇ ਸੀ ਵੀ ਅੰਦਰ ਮੀਟਿੰਗ ਚੱਲਦੀ ਹੈ ਤੇ ਉਹ ਮੀਟਿੰਗ ਤੋਂ ਵੀ ਗਾਂਹ ਪਰਾਂ ਨਿੱਕੇ ਕਮਰੇ ਜਾ ਕੇ ਫੋਨ ਤੇ ਮੀਟਿੰਗ ਕਰਨ ਲੱਗ ਪੈਂਦੇ, ਯਾਰ ਕਸੂਤੇ ਫਸ ਗਏ ਸਰ, ਦੱਸੋ ਕੀ ਕਰੀਏ। ਇਹ ਹੋ ਸਕਦਾ ਕਿ ਇੰਨੇ ਮਹੀਨੇ ਨਿਕਲ ਜਾਣ ਤੋਂ ਬਾਅਦ ਕੋਈ ਨਵਾਂ ਚਿਹਰਾ, ਨਵੀਂ ਲੀਡਰਸ਼ਿਪ ਜਿਹੜੀ ਉਹ ਸਾਹਮਣੇ ਲਿਆਉਣ ਦੀ ਗੱਲ ਹੋਵੇ ਵੀ ਯਾਰ ਉਹਨਾਂ 'ਤੇ ਤਾਂ ਸ਼ਾਇਦ ਯਕੀਨ ਨਾ ਕਰਨ ਹੁਣ ਉਹ ਕਿਸਾਨ ਲੀਡਰ, ਕੋਈ ਨਵੇਂ ਬੰਦੇ, ਨਵੇਂ ਜਿਹੜੇ ਬੰਦੇ ਨੇ ਜਾਂ ਨਵੇਂ ਵਿਚੋਲੇ ਜਿਹੜੇ ਨੇ ਉਹ ਆਪਾਂ ਵਿੱਚ ਉਭਾਰ ਕੇ ਦੇਖੀਏ, ਸ਼ਾਇਦ ਉਹਨਾਂ ਦੇ ਥਰੂ ਕੋਈ ਗੱਲ ਬਣ ਜਾਵੇ। ਨਹੀਂ ਬਿਲਕੁਲ, ਦੇਖੋ ਗੱਲ ਤਾਂ ਤੋਰਨੀ ਪੈਣੀ ਆ ਨਾ ਵੀ ਉਹਨਾਂ ਨਾਲ ਤਾਂ ਹੁਣ ਤੁਰਨੀ ਨਹੀਂ, ਕਿਉਂਕਿ ਜਿਨ੍ਹਾਂ ਨਾਲ 11 ਮੀਟਿੰਗਾਂ ਹੋ ਗਈਆਂ ਹੈ ਨਾ, ਅਗਲੇ ਕਹਿੰਦਾ ਯਾਰ ਤੂੰ ਫਲਾਨੀ ਮੀਟਿੰਗ 'ਚ ਐਂ ਕਿਹਾ ਸੀ, ਤੂੰ ਫਿਰ ਮੈਨੂੰ ਇਦਾਂ ਕਿਹਾ ਸੀ। ਇਹਦਾ ਮਤਲਬ ਵੀ ਕੁਝ ਕੌੜੀਆਂ ਮਿੱਠੀਆਂ ਯਾਦਾਂ ਉਹਨਾਂ ਮੀਟਿੰਗਸ ਦੀਆਂ ਹੋਣਗੀਆਂ, ਇਹਦਾ ਮਤਲਬ ਬੰਦੇ ਬਦਲ ਦਿਓ। ਦੇਖੋ ਹੁਣ ਵੈਸੇ ਵੀ ਪੰਜਾਬ 'ਚ ਚੋਣ ਹੈ, ਹੋ ਸਕਦਾ ਉੱਤਰ ਪ੍ਰਦੇਸ਼ ਦੇ ਵਿੱਚੋਂ ਵੀ ਕੋਈ ਨਾ ਕੋਈ ਲੀਡਰ ਜਾਵੇ, ਹੋ ਸਕਦਾ ਕਿ ਰਾਜਨਾਥ ਸਿੰਘ ਹੋਰਾਂ ਨੂੰ ਹੀ ਪਾ ਲੈਣ ਕਿ ਭਾਈ ਤੁਸੀਂ ਵੀ ਯੂਪੀ ਦੇ ਵਿੱਚ ਵੱਡੇ ਲੀਡਰ ਹੋ, ਯੂਪੀ ਤੋਂ ਬਿਲੋਂਗ ਕਰਦੇ ਹੋ, ਉੱਥੋਂ ਹੀ ਜਿੱਤੇ ਹੋ, ਤੁਸੀਂ ਪਹਿਲਾਂ ਵੀ ਕਰਨਾ ਸੀ, ਤੁਹਾਨੂੰ ਰੱਖਿਆ ਹੋਇਆ ਸੀ ਕਿ ਭਾਈ ਜੇ ਬੰਗਾਲ ਵਾਲੀ ਇਲੈਕਸ਼ਨ ਦੇਖ ਲੈਂਦੇ ਆ, ਜੇ ਤਾਂ ਜਿੱਤ ਗਿਆ ਫਿਰ ਕੋਈ ਗੱਲ ਨਹੀਂ, ਫਿਰ ਤੁਹਾਡੀ ਵੀ ਲੋੜ, ਤੁਸੀਂ ਦਿੱਲੀ 'ਚ ਰਾਜ ਕਰਿਓ, ਜੇ ਨਾ ਕਿਤੇ ਜਿੱਤਿਓ ਤੋਈ ਫਿਰ ਰਾਜਨਾਥ ਸਿੰਘ ਜੀ ਜੇ ਤੁਹਾਨੂੰ ਪਾਉਣਾ ਪਿਆ ਵਿੱਚ ਤਾਂ ਪਾ ਲਵਾਂਗੇ। ਗੱਲ ਕਿਹੜੀ ਹੈ ਮੈਨੂੰ ਪਰ ਇੱਥੇ ਸੰਧਾਲੀਆ ਸਾਹਿਬ ਇੱਕ ਗੱਲ ਹੋਰ ਲੱਗਦੀ ਹੈ, ਇਸ ਵੇਲੇ ਪੰਜਾਬ 'ਚ ਝੋਨਾ ਲੱਗਦਾ, ਬਹੁਤ ਸਾਰੇ ਲੋਕ ਜਿਹੜੇ ਉਧਰਲੇ ਪਾਸੇ ਮਸਰੂਫ ਨੇ, ਇਹਦੇ ਬਾਵਜੂਦ ਵੀ ਪੰਜਾਬ ਤੇ ਹਰਿਆਣੇ ਤੋਂ ਲਗਾਤਾਰ ਜਥੇ ਜਾ ਰਹੇ ਆ। ਸ਼ਾਇਦ ਇਹ ਗੱਲ ਸਮਝ ਤਾਂ ਆਉਂਦੀ ਹੋਊਗੀ ਨਾ ਕਿ ਇਹਨਾਂ ਨੇ ਕਣਕ ਬੀਜੀ, ਕਣਕ ਵੱਢੀ, ਉਹਦੇ ਤੋਂ ਬਾਅਦ ਹੁਣ ਝੋਨਾ ਲਾਉਣਾ, ਜਾਂਦੇ ਆ ਫਸਲ ਬੀਜ ਕੇ ਆ ਜਾਂਦੇ ਆ, ਉਹਦੇ ਵਿੱਚੋਂ ਵੀ ਅੱਧੇ ਜਾਂਦੇ ਅੱਧੇ ਆ ਜਾਂਦੇ ਆ। ਅੱਗੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਲੜਾਈਆਂ ਆਮ ਹੀ ਹੁੰਦਾ ਸੀ। ਮੈਂ ਕਿਹਾ ਸੀ ਕੰਬਾਈਨ ਵਾਲੇ ਨੂੰ, ਯਾਰ ਉਹ ਲੈ ਗਿਆ, ਉਹ ਇਦਾਂ ਦੀ ਕਿਹੜੀ ਗੱਲ ਆ ਯਾਰ, ਸਾਡੇ ਵਾਲੀ ਪਨੀਰੀ ਜਿਹੜੀ ਹੈ ਉਹ ਮੈਂ ਪਨੀਰੀ ਪਹਿਲਾਂ ਮੈਂ ਲਾਉਣਾ ਸੀ ਝੋਨਾ, ਪਹਿਲਾਂ ਲੇਬਰ ਨੂੰ ਮੈਂ ਕਹਿ ਕੇ ਆਇਆ ਸੀ, ਉਹ ਲੈ ਗਿਆ। ਇਦਾਂ ਥੋੜੀ ਗੱਲ ਹੁੰਦੀ ਆ, ਉਹ ਅਸੀਂ ਖੇਤ ਪਾਉਣਾ ਸੀ, ਪਾਣੀ ਉਹਦਾ ਇੱਧਰਲੇ ਪਾਸੇ ਨੂੰ ਟੁੱਟ ਗਿਆ। ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਆਪਸ ਦੇ ਵਿੱਚ ਝਾਈਆਂ ਲੈ ਪੈਂਦੇ ਹੁੰਦੇ ਸੀ, ਸਿਆਸੀ ਲੀਡਰਾਂ ਦੇ ਕੋਲ ਵੀ ਤਾਂ ਖਬਰਾਂ ਪਹੁੰਚਦੀਆਂ ਹੋਣੀਆਂ ਕਿ ਉਹ ਦੂਜੇ ਨੂੰ ਟੈਲੀਫੋਨ ਕਰਕੇ ਪੁੱਛਦਾ, ਭਾ ਫਿਰ ਮੈਨੂੰ ਦੱਸ ਪਨੀਰੀ ਕਿੱਧਰਲੇ ਪਾਸੇ ਪੱਟਣੀ ਆ, ਔਰਲਾ ਕਿਆਰਾ ਮੇਰਾ ਖਿਆਲ ਆ ਫਲਾਨਾ ਝੋਨਾ ਤੂੰ ਇਹ ਚ ਲਾਉਣਾ, ਉਹ ਪਰਲਾ ਬਾਸਮਤੀ ਨੇ ਰੱਖਣਾ, ਤੂੰ ਬੈਠ ਟਿਕ ਕੇ ਦਿੱਲੀ, ਤੇਰਾ ਸਮਝ ਲੱਗ ਗਿਆ, ਮੇਰਾ ਕੱਲ ਨੂੰ ਲੱਗ ਜੂ, ਮੇਰਾ ਅਜੇ ਖੇਤ ਪੱਤਰ ਨਹੀਂ ਹੈਗਾ। ਹੁਣ ਲੀਡਰਾਂ ਨੂੰ ਪਤਾ ਲੱਗਦਾ ਹੋਣਾ ਕਿ ਭਾਈ ਲੋਕ ਜੇ ਆਪਸ 'ਚ ਸਹਿਮਤ ਹੋ ਗਏ ਆ ਤੇ ਜੇ ਇਹੀ ਕੜਿੰਗੜੀ ਵੋਟਾਂ ਵਾਲੇ ਪੈ ਗਈ ਤਾਂ ਔਖਾ ਹੋ ਜਾਊਗਾ। ਇਹ ਤਾਂ ਹੈ। ਬਾਕੀ ਹੁਣ ਦੇਖੋ ਕੜਿੰਗੜੀ ਤੋੜਨੀ ਕਿੱਦਾਂ, ਉਹਦਾ ਵੀ ਕੋਈ ਨਾ ਕੋਈ ਤੋੜ ਉਹਨਾਂ ਨੇ ਕੱਢ ਲੈਣਾ। ਇੱਕ ਗੱਲ ਹੋਰ ਆਪਾਂ 2 ਦਿਨਾਂ ਦੀ ਕਰਦੇ ਸੀਗੇ, ਆਮ ਆਦਮੀ ਪਾਰਟੀ ਵਾਲੇ ਮੁੱਦਾ ਚੁੱਕਿਆ ਉਹੀ ਨਾ ਫਤਿਹ ਕਿੱਟਾਂ ਵਾਲਾ ਜੀ। ਕਿੰਨੇ ਰੁਪਏ ਕੱਢੇ ਸੀ? 501 ਰੁਪਏ ਪੂਰਾ ਸ਼ਗਨ ਵਾਲਾ। ਹਾਂ, ਉਹਦਾ 501 ਰੁਪਏ ਦਾ ਝੋਲ ਹੈ। ਹੁਣ ਕਹਿੰਦੇ ਵੀ ਹੁਣ ਲਾਉਂਦੇ ਤਾਂ ਵਿਰੋਧੀ ਦੋਸ਼ ਨੇ ਵੀ ਭਾਈ ਸਾਹਿਬ ਜਿਹੜੀ ਕੰਪਨੀ ਕੋਲੋਂ ਇਹ ਸਾਰਾ ਕੁਝ ਟੈਂਡਰ ਕੰਮ ਲਿਆ, ਕੰਮ ਤਾਂ ਉਹਨਾਂ ਦਾ ਕੱਪੜੇ ਦਾ ਤੇ ਸਮਾਨ ਤੁਸੀਂ ਡਾਕਟਰੀ ਮੰਗਾਈ ਜਾਂਦੇ, ਕੀ ਹਿਸਾਬ ਵਾ? ਸੰਧਾਲੀਆ ਸਾਹਿਬ ਇਹ ਦੋਸ਼ ਸ਼ਾਇਦ ਕੀ ਫਿਰ ਲਾਇਆ ਜਰਨੈਲ ਸਿੰਘ ਹੋਰਾਂ ਨੇ, ਨਾਲ ਉਹਨਾਂ ਦੇ ਬੈਠੇ ਸੀ ਮੀਤ ਹੇਰ ਬਰਨਾਲੇ ਵਾਲੇ MLA। ਉਹ ਕਹਿੰਦੇ ਜੀ ਅਸੀਂ ਇੱਕ ਖੁਲਾਸਾ ਕਰਨ ਲੱਗੇ ਹਾਂ,
ਲੋਕਪਾਲ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਹੁਣ ਲੋਕਪਾਲ ਦਾ ਮੁੱਦਾ ਆਪਾਂ ਨੂੰ ਪਤਾ ਹੀ ਅੰਨਾ ਹਜ਼ਾਰੇ ਸਾਹਿਬ ਦੇ ਨਾਲ ਜੁੜਿਆ। ਅੰਨਾ ਹਜ਼ਾਰੇ ਸਾਹਿਬ ਦੀ ਮੂਵਮੈਂਟ ਦੇ ਵਿੱਚੋਂ ਕੇਜਰੀਵਾਲ ਸਾਹਿਬ ਦੀ ਪਾਰਟੀ ਨਿਕਲੀ ਤੇ ਉਸੇ ਪਾਰਟੀ ਦੇ ਬੰਦੇ ਨੇ। ਉਹ ਕਹਿੰਦੇ ਜੀ ਪਹਿਲੀ ਗੱਲ ਕਿ 501 ਰੁਪਈਆ ਪ੍ਰਤੀ ਕਿੱਟ ਜੇ ਘੱਟ ਸਸਤੀ ਮਿਲਦੀ ਸੀ ਤਾਂ ਮਹਿੰਗੀ ਕਿਉਂ ਲਈ। ਦੂਸਰਾ ਉਹ ਕਹਿੰਦੇ ਨਾਲ ਹੀ ਮੁੱਦਾ ਕਿ ਜਿਹੜੀ ਕੰਪਨੀ ਤੋਂ ਲਈ, ਆਪਾਂ ਕੱਲ ਗੱਲ ਕਰਦੇ ਹੋ ਸਕਦਾ ਯਾਰ ਸਮਾਨ ਵਧੀਆ ਹੋਵੇ, ਹੋ ਸਕਦਾ ਸਟੈਂਡਰਡ ਵਧੀਆ ਹੋਵੇ, ਉਹ ਕਹਿੰਦੇ ਤੋੜ ਹੈਗਾ ਕੀ। ਉਹ ਕਹਿੰਦੇ ਪਹਿਲਾਂ ਜਿਹਦੇ ਤੋਂ ਸਮਾਨ ਮੰਗਾਉਣਾ ਸੀ ਉਹਨਾਂ ਦੇ ਕੋਲੇ ਲਾਇਸੈਂਸ ਸੀ ਕਿ ਉਹ ਮੈਡੀਕਲ ਦੇ ਨਾਲ ਸੰਬੰਧਿਤ ਸਮਾਨ ਬਣਾ ਤੇ ਵੇਚ ਤੇ ਸਪਲਾਈ ਕਰ ਸਕਦੇ ਸੀ। ਪਰ ਆ ਜਿਹੜੀ ਦੂਜੀ ਕੰਪਨੀ ਨੂੰ ਠੇਕਾ ਦਿੱਤਾ ਤੇ ਦਿੱਤਾ ਵੀ ਪ੍ਰਤੀ ਕਿੱਟ 501 ਰੁਪਈਆ ਮਹਿੰਗਾ। ਉਹ ਕੰਪਨੀ ਕੱਪੜੇ ਦਾ ਕਾਰੋਬਾਰ ਕਰਦੀ ਆ, ਉਹਦੇ ਕੋਲੇ ਮੈਡੀਕਲ ਦੇ ਨਾਲ ਸੰਬੰਧਿਤ ਸਮਾਨ ਬਣਾਉਣ ਦਾ ਲਾਇਸੈਂਸ ਹੀ ਹੈ ਨਹੀਂਗਾ ਤੇ ਉਹਦੇ ਕੋਲੋਂ ਮਹਿੰਗੀਆਂ ਕਿੱਟਾਂ ਕਿਉਂ ਖਰੀਦੀਆਂ ਗਈਆਂ। ਉਹ ਕਹਿੰਦੇ ਅਸੀਂ ਲੋਕਾਂ ਦੀ ਕਚਹਿਰੀ 'ਚ ਵੀ ਰੱਖ ਦਿੱਤਾ ਤੇ ਲੋਕਪਾਲ ਦੀ ਕਚਹਿਰੀ 'ਚ ਵੀ ਰੱਖ ਦਿੱਤਾ। ਅੱਗੋਂ ਫਿਰ ਹੁਣ ਉੱਤਰ ਜਿਹੜੀ ਹੈ ਉਹ ਪੰਜਾਬ ਦੀ ਸਰਕਾਰ ਦੇਵੇ। ਉਹਨਾਂ ਨੇ ਤਾਂ ਦੋਸ਼ ਲਾਇਆ ਕਿ ਪੈਸੇ ਖਾਦੇ ਆ। ਹੋਰ ਸੁਣੋ ਨਾਲ ਹੀ ਉਹਨਾਂ ਨੂੰ ਪੁੱਛਿਆ ਜੀ ਆ ਤੁਸੀਂ ਧਰਨਾ ਦੇ ਚੱਲੇ ਹੋ, ਭਲਕ ਨੂੰ ਅਕਾਲੀ ਦਲ ਵਾਲਾ। ਉਹ ਕਹਿੰਦੇ ਅਕਾਲੀ ਦਲ ਦਾ ਕੰਮ ਸਿੱਧਾ ਹੀ। ਉਹ ਕਹਿੰਦੇ ਕੀ ਸਿੱਧਾ। ਉਹ ਕਹਿੰਦੇ ਜਿਹੜਾ ਕੰਮ ਅਸੀਂ ਅੱਜ ਕਰਕੇ ਪਰਸੋਂ ਨੂੰ ਅਕਾਲੀ ਦਲ ਨੇ ਕਰਨ ਆ ਹੀ ਜਾਣਾ, ਖਬਰ ਤਿਆਰ ਰੱਖਿਆ ਕਰੋ। ਅੱਛਾ, ਨਹੀਂ ਪਰ ਚਲੋ ਗੱਲ ਤਾਂ ਹੈ ਸਹੀ। ਇਹਨਾਂ ਦੀ ਮੁੱਦਾ ਉਹ ਪਹਿਲਾਂ ਚੁੱਕ ਲੈਂਦੇ ਨੇ, ਫਿਰ ਅਕਾਲੀ ਦਲ ਚੁੱਕ ਲੈਂਦਾ। ਪਰ ਇੱਕ ਗੱਲ ਹੈ ਨਾ ਵੀ ਇਹ ਚੁੱਕ ਕੇ ਛੱਡ ਦਿੰਦੇ ਨੇ, ਲੋਕਾਂ ਤੱਕ ਅਕਾਲੀ ਦਲ ਵਾਲੇ ਪਹੁੰਚਾ ਦਿੰਦੇ ਆ। ਮੇਰੇ ਖਿਆਲ ਇਹ ਵੀ ਚੈੱਕ ਜ਼ਰੂਰ ਕਰ ਲੈਣਾ ਚਾਹੀਦਾ ਉਹਨਾਂ ਨੂੰ। ਬਿਜਲੀ ਵਾਲੇ ਕੰਮ ਵਾਂਗੂ ਆਹੋ, ਕਈ ਮੁੱਦੇ ਨੇ ਜਿਹੜੇ ਉਹ ਚੱਕ ਲੈਂਦੇ ਆ। ਹੁਣ ਦੇਖੋ ਇੱਥੋਂ ਤੱਕ ਗੱਲ ਜੀ ਅੱਪੜ ਗਈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇਹ ਕਹਿੰਦੇ ਵੀ ਕੋਈ ਗੱਲ ਨਹੀਂ, ਇਹ ਕਾਂਗਰਸ ਵਾਲਿਆਂ ਕੁਝ ਨਹੀਂ ਕਰਨਾ, ਤੁਸੀਂ ਸਾਡੀ ਸਰਕਾਰ ਲਿਆਓ, ਇਨਸਾਫ ਤੁਹਾਨੂੰ ਅਸੀਂ ਦਵਾਵਾਂਗੇ ਬੇਅਦਬੀ ਦਾ। ਹੁਣ ਇਹਦੋਂ ਤਾਂ ਹੋਰ ਵਿਰੋਧੀ ਕੀ ਭਾਲਦੇ। ਸੰਧਾਲੀਆ ਸਾਹਿਬ, ਹਾਲਾਂਕਿ ਮੈਨੂੰ ਇਹ ਵੀ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਦੂਜੇ ਪਾਸੇ ਦੇਖਣ ਲੱਗ ਪਈ ਹੈ। ਅਕਾਲੀ ਦਲ ਨੇ ਪਿਛਲੇ ਦਿਨਾਂ 'ਚ ਉਮੀਦਵਾਰ ਐਲਾਨੇ ਸੀ, ਆਮ ਆਦਮੀ ਪਾਰਟੀ ਨੇ ਉਮੀਦਵਾਰ ਤਾਂ ਨਹੀਂ ਐਲਾਨੇ। ਉਹਨਾਂ ਦੇ ਇੱਕ ਤਾਂ 14-15 ਵਿਧਾਇਕ ਆਪਣੇ ਹੈਗੇ ਆ, ਦੂਸਰਾ ਉਹਨਾਂ ਨੇ 29 ਹਲਕਾ ਇੰਚਾਰਜ ਐਲਾਨ ਦਿੱਤੇ, ਵਿਧਾਨ ਸਭਾ ਹਲਕਿਆਂ ਦੇ ਇੰਚਾਰਜ, ਕਿ ਭਾਈ ਤੁਸੀਂ ਇੰਚਾਰਜ ਹੋ। ਤੇ ਇੰਚਾਰਜ ਦਾ ਮਤਲਬ ਤਕਰੀਬਨ 70% ਉਮੀਦਵਾਰ ਹੀ ਹੁੰਦਾ ਤੇ ਥਾਪੜੇ ਦੇ ਕੇ ਉਹਨਾਂ ਨੇ ਬੰਦੇ ਆਪਣੇ ਮੈਦਾਨ 'ਚ ਲਾਤੇ ਆ। ਹੁਣ ਦੇਖਦੇ ਆ ਕਿ ਅਗਲੇ 7 ਮਹੀਨੇ ਫਿਰ ਕਿੱਦਾਂ ਦੀਆਂ ਪੌਣਾ ਵਗਦੀਆਂ। ਚਲੋ ਉਹਦੇ 'ਚ ਟਾਈਮ ਹੈਗਾ, ਪਰ ਆਪਣਾ ਟਾਈਮ ਹੋ ਗਿਆ ਸਾਹਿਬ ਬਹਾਦਰ। ਨਹੀਂ, ਸੰਧਾਲੀਆ ਸਾਹਿਬ ਜਾਣਾ ਹੀ ਪੈਣਾ, ਪਰ ਉਮੀਦ ਕਰਦੇ ਆ ਕਿ ਐਤਕੀ ਦੀ ਵਿਧਾਨ ਸਭਾ ਚੋਣ ਮੁੱਦਿਆਂ ਤੇ ਲੜੀ ਜਾਊਗੀ, ਬੰਦਿਆਂ ਤੇ ਕਿਰਦਾਰਾਂ ਤੇ ਦੂਸਰੇ ਪਾਸੇ ਸਿਰਾਂ ਦੇ ਉੱਤੇ, ਨਾਵਾਂ ਦੇ ਉੱਤੇ ਨਹੀਂ। ਚਲੋ ਆਸ ਕਰਦੇ ਹਾਂ ਜੀ। ਸੋ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।